जुड़ जो मुंह तो कहो कन्ना तो सुनो। जुड़ो सारे बोलियो रब का नाम लओगे तो भला हो। वाहिगुरू जी दंडौत बंदन अनक बार सर्ब कला समरथ गनीमुल शिकस्ते गरीबुल परस्ते बिलंदुल मकाने जमीनुल समाने सर्ब कला समरथ के चित्रंग बिहीनै के एक अधीन के रोजी रजा के रहीमे रहा के सर्ब कला समरथ के अफवल गुनाह के शाहान शाह के कारण को निंदा है के रोजी देहंद है सर्ब कला समरथ डोलन ते रखो प्रभु नानक दे कर हथ सारे आखो डोलन ते रखो प्रभु नानक दे कर हथ अगम अगोचर सच साहिब मेरा नानक बोले बुलाया तेरा नानक बोले बुलाया तेरा। वाहिगुरू जी का खालसा वाहिगुरू जी की फतेह। गज बज के आखो जी वाहिगुरू जी का खालसा वाहिगुरू जी की फतेह। आप जी ने कीर्तन सुनिया गुरु के लाल कोलों, तुसीं भी सुनिया इत्थे सो। तेरियां सदा सदा चंगियाइयां
ਕੁਛ ਸਮਝ ਵੀ ਪਈ? ਹੇ ਵਾਹਿਗੁਰੂ ਜੀ, ਤੇਰੀਆਂ ਅਨੰਤ ਅਨੰਤ ਚੰਗਿਆਈਆਂ, ਪਤਾ ਲੱਗਾ ਚੰਗਿਆਈਆਂ ਦਾ? ਜਿਹੜੇ ਇੱਥੋਂ ਦੇ ਜੰਪਲ ਉਹਨਾਂ ਨੂੰ ਤਾਂ ਨਹੀਂ ਪਤਾ, ਤੁਹਾਨੂੰ ਤਾਂ ਲੱਗੂ ਵੀ ਹੇ ਵਾਹਿਗੁਰੂ ਜਿਹੜੇ ਤੇਰੇ ਚੰਗੇ ਕੰਮ ਨੇ, ਇੱਧਰ ਨੂੰ ਹੋ ਪੁੱਤ ਥੋੜ੍ਹੀ ਜਿਹੀ, ਜਿਹੜੇ ਤੇਰੇ, ਬੋਲੋ ਬੋਲੋ, ਜਿਹੜੇ ਤੇਰੇ ਸਦਾ ਤੋਂ, ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਸਦਾ ਸਦਾ ਵਡਿਆਈਆਂ, ਮੈਂ ਰਾਤ ਦੇ ਵਡਿਆਈਆਂ, ਰਾਤ ਦਿਨ ਮੈਂ ਉਹਨਾਂ ਤੇਰੀਆਂ ਚੰਗਿਆਈਆਂ ਨੂੰ ਵਡਿਆਇਆ ਹੈ। ਇਸ ਸ਼ਬਦ ਦੀ ਵਿਆਖਿਆ ਆਸਾ ਕੀ ਵਾਰ ਵਿੱਚ ਕੀਤੀ। ਆਖੋ ਵਾਹਿਗੁਰੂ। ਇਸ ਸ਼ਬਦ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ। ਹਰ ਕੀ ਵਡਿਆਈ ਵੱਡੀ ਹੈ। ਆਖੋ ਭਲਾ, ਹਰ ਕੀ ਵਡਿਆਈ ਵੱਡੀ ਹੈ। ਫਿਰ ਬੋਲੋ, ਹਰ ਕੀ ਵਡਿਆਈ ਵੱਡੀ ਹੈ। ਹਰੀ ਦਾ ਇਹ ਵੱਡਾਪਨ ਹੈ। ਕਿਉਂ? ਜਾਂ ਨਿਆਂ ਹੈ ਧਰਮ ਦਾ, ਜਿਹੜਾ ਰੱਬ ਦਾ ਨਿਆਂ ਹੈ ਉਹ ਰਾਜਨੀਤੀ ਦਾ ਨਿਆਂ ਨਹੀਂ। ਆਖੋ ਵਾਹਿਗੁਰੂ। ਰੱਬ ਕਿਸੇ ਨੂੰ ਜਸਟਿਸ ਦੇਣ ਲੱਗਾ ਕਿਸੇ ਰਾਜਨੀਤਿਕ ਧਿਰ ਤੋਂ ਪ੍ਰਭਾਵਿਤ ਹੋ ਕੇ ਨਹੀਂ ਜਸਟਿਸ ਕਰਦਾ। ਪਤਾ ਲੱਗਾ ਧੀਏ? ਫੇਰ ਦੱਸਦਾ ਇੱਕ ਵਾਰ, ਰੱਬ ਜਦੋਂ ਕਿਸੇ ਨਾਲ ਜਸਟਿਸ ਕਰਦਾ, ਨਿਆਂ ਕਰਦਾ ਹੈ, ਤੇ ਕਿਸੇ ਤੋਂ ਪ੍ਰਭਾਵਿਤ ਹੋ ਕੇ ਨਹੀਂ ਕਰਦਾ, ਕਿਸੇ ਦੇ ਡਰ ਥੱਲੇ ਨਹੀਂ ਕਰਦਾ। ਇਹ ਬੜਾ ਸੋਹਣਾ ਵਚਨ ਜੇ ਕਿਤੇ ਤੁਸੀਂ ਧਿਆਨ ਨਾਲ ਸੁਣ ਲਓ। ਹਰੀ ਦੀ ਵਡਿਆਈ ਇਸ ਕਰਕੇ ਵੱਡੀ ਆ। ਤੁਹਾਨੂੰ ਲੱਗ ਰਿਹਾ ਜੀ ਪਤਾ? ਆਵਾਜ਼ ਆ ਰਹੀ? ਅੱਛਾ, ਘੱਟ ਆ ਰਹੀ। ਕਰਿਓ ਜੀ ਭਾਈ ਸਾਹਿਬ ਕਰਨ, ਜਿਹੜੇ ਇੱਥੋਂ ਦੇ ਪ੍ਰਬੰਧਕ ਆ। ਆਖੋ ਵਾਹਿਗੁਰੂ। ਹਰ ਕੀ ਵਡਿਆਈ ਵੱਡੀ ਹੈ। ਕਿਉਂ ਜੀ? ਜਿਹੜਾ ਉਹਦਾ ਨਿਆਂ ਹੈ ਉਹ ਰਾਜਨੀਤਿਕ ਨਹੀਂ। ਵੇਖਿਆ ਤੁਸੀਂ ਕਦੀ ਰਾਜਨੀਤੀ ਵਾਲੇ ਬੰਦੇ ਨਿਆਂ ਦੇ ਵਿੱਚ ਖੱਲਲ ਪਾ ਕੇ ਗੱਲ ਕੋਈ ਹੁੰਦੀ ਤੇ ਜੱਜ ਕੋਲੋਂ ਕੁਛ ਖਵਾ ਦਿੰਦੇ ਨੇ? ਪਕੜਦੇ ਹੋ ਇਸ ਗੱਲ ਨੂੰ? ਮਗਰ ਮੇਰਾ ਗੁਰੂ ਜਦੋਂ ਕਿਸੇ ਨਾਲ ਨਿਆਂ ਕਰਦਾ ਹੈ, ਆਖੋ ਵਾਹਿਗੁਰੂ, ਤੇ ਕਿਸੇ ਦੇ ਪ੍ਰਭਾਵ ਹੇਠ ਨਹੀਂ ਕਰਦਾ। ਸਭ ਕੋਲ ਪਤਾ ਲੱਗ ਰਿਹਾ, ਕਿਸੇ ਦੇ ਪ੍ਰਭਾਵ ਨਹੀਂ ਸਮਝਦੇ ਉਹਨੇ। ਹਾਂ, ਇਹਨਾਂ ਕੁਝ ਕਹਿਤਾ ਸਮਝ ਲਓ। ਕਿਸੇ ਦੇ ਪ੍ਰਭਾਵ 'ਚ ਨਿਆਂ ਨਹੀਂ ਕਰਦਾ ਰੱਬ। ਰੱਬ ਜੋ ਕਰਦਾ ਹੈ ਆਪਣੀ ਮਰਜ਼ੀ ਨਾਲ ਕਰਦਾ। ਆਖੋ ਵਾਹਿਗੁਰੂ। ਇੱਕ ਤੁਸੀਂ ਜਾਪ ਸਾਹਿਬ ਦੇ ਵਿੱਚ ਸ਼ਬਦ ਪੜ੍ਹਦੇ ਹੋ, ਆਡੀਠ ਧਰਮ। ਬੋਲੋ ਹਾਂ, ਆਡੀਠ ਧਰਮ। ਅਰਥ ਹੁੰਦਾ, ਕਿਸੇ ਨੂੰ ਹੱਥ ਖੜਾ ਕਰੋਗੇ। ਅਡੀਠ ਧਰਮ ਆਉਂਦਾ ਨਹੀਂ ਹੋਣਾ? ਆਖੋ ਵਾਹਿਗੁਰੂ। ਨਹੀਂ? ਸ਼ਾਬਾਸ਼, ਕਿਆ ਬਾਤ। ਨਹੀਂ, ਜਿਹੜਾ ਧਰਮ ਦਾ ਮਤਲਬ ਹੁੰਦਾ ਧਰਮ ਦਾ ਕਾਨੂੰਨ। ਉਹਦੇ ਕਾਨੂੰਨ ਇਸ ਸ੍ਰਿਸ਼ਟੀ ਤੇ ਚਾਲੂ ਨੇ ਮਗਰ ਦਿਸਦੇ ਨਹੀਂ। ਆਡੀਠ, ਆਡੀਠ ਜਿਹੜੇ ਨਾ ਦਿਸਦੇ ਨੇ ਮਗਰ ਚੱਲਦੇ ਨੇ। ਆਖੋ ਵਾਹਿਗੁਰੂ। ਸੂਰਜ ਨੂੰ ਕਹਿਤਾ ਹੈ ਤੂੰ ਈਸਟ ਤੋਂ ਚੜ੍ਹਨਾ ਹੈ, ਇਹ ਉਹਦਾ ਨਿਆਂ ਹੈ, ਉਹਦੇ ਨਿਯਮ ਨੇ। ਈਸਟ ਕਦੀ ਵੈਸਟ ਤੋਂ ਨਹੀਂ ਚੜ੍ਹ ਸਕਦਾ। ਸੂਰਜ ਈਸਟ ਤੋਂ ਚੜੂ, ਇਹ ਉਹਦਾ ਕੀ ਹੈ? ਕਾਨੂੰਨ, ਰੱਬ ਦਾ। ਬੋਲੋ ਜੀ। ਪਾਣੀ ਨੂੰ ਕਿਹਾ ਤੂੰ ਨੀਵੇਂ ਵੱਲ ਨੂੰ ਜਾਣਾ ਹੈ, ਇਹ ਉਹਦੇ ਕਾਨੂੰਨ ਨੇ। ਆਖੋ ਵਾਹਿਗੁਰੂ। ਇਹਨਾਂ ਨੂੰ ਬੰਦ ਕਰੋ, ਫਿਰ ਠੀਕ ਹੋਊਗਾ। ਇਹ ਵੀ ਕਰ ਦਿਓ।
ਆਖੋ ਵਾਹਿਗੁਰੂ। ਗੁਰੂ ਰਹਿਮਤ ਕਰੇ। ਮਨ ਨੂੰ ਟਿਕਾਓ। ਆਖੋ ਵਾਹਿਗੁਰੂ। ਇਕਾਗਰ ਕਰੋ। ਫਿਰ ਇੱਕ ਵਾਕਾਂ ਆਡੀਟ ਧਰਮ। ਜਿਹੜੇ ਜਾਪ ਸਾਹਿਬ ਦੇ ਆਸ਼ਿਕੋ ਪੜੋ। ਅਡੀਠ ਧਰਮ ਇੰਜ ਕੀ ਦੱਸਿਆ? ਕਾਨੂੰਨ। ਉਹਦੇ ਕਾਨੂੰਨ ਦਿਸਦੇ ਨਹੀਂ ਮਗਰ ਧਰਤੀ ਤੇ ਲਾਗੂ ਨੇ। ਦਿਨ ਨੂੰ ਕਿਹਾ ਜਦੋਂ ਤੂੰ ਚੜ੍ਹਨਾ ਹੈ, ਰਾਤ ਨੇ ਨਹੀਂ ਰਹਿਣਾ। ਰਾਤ ਨੂੰ ਕਿਹਾ ਜਦੋਂ ਦਿਨ ਨੇ ਚੜ੍ਹਨਾ ਹੈ, ਉਦੋਂ ਤੂੰ ਨਹੀਂ ਰਹਿਣਾ। ਇਹ ਕਾਨੂੰਨ ਨੇ ਜਿਹੜੇ ਦਿਸਦੇ ਨਹੀਂ ਮਗਰ ਹੈਗੇ। ਅਡੀਠ ਅਤ ਲਿਖਿਆ ਅਤ ਢੀਠ ਕਰਮ। ਅਤ ਢੀਠ ਕਰਮ ਇਹਦਾ ਅਰਥ ਹੁੰਦਾ ਹੈ ਜਦੋਂ ਰੱਬ ਕਿਸੇ ਤੇ ਬਖਸ਼ਿਆ ਕਰਦਾ ਹੈ ਨਾ। ਮੈਂ ਆਉਂਦੀ ਹੈ ਜੀ ਹੁਣ ਉਹ ਕੁਰਸੀ ਵਾਲਿਆਂ ਨੂੰ। ਅੱਛਾ ਚਲੋ ਠੀਕ। ਹੁਣ ਧਿਆਨ ਨਾਲ ਸੁਣੋ। ਗੁਰੂ ਕਿਰਪਾ ਕਰੇ, ਮਨ ਟਿਕ ਜਵੇ। ਗੁਰੂ ਰਾਮਦਾਸ ਤੁਹਾਡੇ ਤੇ ਮੇਰੇ ਤੇ ਕਿਰਪਾ ਕਰੇ। ਮੈਂ ਕੋਈ ਟਾਈਮ ਪਾਸ ਕਰਨ ਨੂੰ ਨਹੀਂ ਆਇਆ, ਨਾ ਮੇਰਾ ਟਾਰਗੇਟ ਰੁਪਈਏ ਆ। ਆਖੋ ਵਾਹਿਗੁਰੂ। ਸਾਡਾ ਟਾਰਗੇਟ ਆ ਜੁੜਨਾ। ਸਾਡਾ ਸਾਰਿਆਂ ਦਾ ਇੱਕ ਮਕਸਦ ਆ, ਐਤਵਾਰ ਸੰਡੇ ਵਾਲੇ ਦਿਨ ਗੁਰੂ ਘਰ ਆਉਣਾ, ਮਨ ਦੀ ਸ਼ਾਂਤੀ ਲੈਣੀ, ਮਨ ਨੂੰ ਇਕਾਗਰ ਕਰਨਾ। ਆ ਮੈਂ ਕਿਸੇ ਦੇ ਘਰੋਂ ਹੁਣੇ ਜਲ ਪਾਣੀ ਛਕ ਕੇ ਆਇਆ। ਆਖੋ ਵਾਹਿਗੁਰੂ। ਉਹਨਾਂ ਨੇ ਦੱਸਿਆ ਸਾਡਾ ਬੱਚਾ ਇੱਕੋ ਹੀ ਆ, ਡਿਪਰੈਸ਼ਨ ਵਿੱਚ ਚਲੇ ਗਿਆ। ਰਾਤੀ ਗੱਲ ਕੀਤੀ ਸੀ ਆਪਾਂ ਕਾਹਦੀ? ਡਿਪਰੈਸ਼ਨ ਦੀ। ਉਹੀ ਗੱਲ ਉਹਨਾਂ ਨੇ ਮੈਨੂੰ ਦੱਸੀ ਵੀ ਕੋਈ ਇਲਾਜ ਨਹੀਂ, ਸਾਰਾ ਦਿਨ ਸੁੱਤਾ ਰਹਿੰਦਾ। ਇਹਨਾਂ ਮਨ ਦੇ ਰੋਗਾਂ ਦਾ ਇਲਾਜ ਕਰਨ ਨੂੰ ਆਪਾਂ ਗੁਰੂ ਕੋਲ ਆਉਂਦੇ ਹਾਂ। ਜਿਹਦਾ ਕਿਤੇ ਰੋਗ ਇਲਾਜ ਨਹੀਂ, ਉਹਦਾ ਗੁਰੂ ਦੇ ਕੋਲ ਇਲਾਜ ਹੈ। ਸਰਬ ਰੋਗ ਕਾ ਔਖਦ ਨਾਮ। ਖਾਓ ਹਾਂ ਦਵਾਈ ਥੋੜੀ ਜਿਹੀ। ਵਾਹਿਗੁਰੂ 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 ਦਵਾਈ ਦਵਾਈ ਔਖਦ ਰਾਮ ਨਾਮ ਔਖਦ ਦਿਆ ਏਕਾ ਲਿਵਲਾਈ। ਮੂੰਹ ਤੋਂ ਕਹੋ, ਕੰਨਾਂ ਤੋਂ ਸੁਣੋ। ਜਨਮਾਂ ਦੇ ਦੁੱਖ ਦੂਰ ਹੋ ਜਾਣਗੇ। ਜਨਮਾਂ ਦੇ ਗੁਰੂ ਸਤਨਾਮ ਸ੍ਰੀ। ਹੁਣ ਜੁੜੋ। ਅਥ ਢੀਠ ਕਰਮ। ਕਰਮ ਨੇ ਬਖਸ਼ਿਸ਼। ਹਾਜ਼ਰ ਹੋ, ਪੜੋ ਪੁੱਤ। ਕਰਮ ਨੇ ਕਰਮਖੰਡ ਕੀ ਬਾਣੀ। ਜਦੋਂ ਬਖਸ਼ਿਸ਼ ਹੁੰਦੀ ਨਾ ਕਿਸੇ ਜੀਵ ਤੇ ਉੱਥੋਂ ਦੀ ਕਹਾਣੀ ਵੀ ਗੁਰੂ ਨਾਨਕ ਸਾਹਿਬ ਜੀ ਦੱਸਦੇ ਪੀਰ ਹਿਕਮਤ ਯਾਰ ਨੂੰ। ਕਹਿੰਦੇ ਜਿਸ ਬੰਦੇ ਤੇ ਰੱਬ ਦੀ ਤਿੱਥੇ ਹੋਰ ਨਾ ਕੋਈ, ਫਿਰ ਇੱਕ ਤੋਂ ਇਲਾਵਾ ਉਹਦੀ ਜ਼ਿੰਦਗੀ ਦੇ ਵਿੱਚ ਦੂਸਰਾ ਨਹੀਂ ਹੁੰਦਾ। ਇਹ ਵੀ ਬਖਸ਼ਿਸ਼ ਆ ਕਿਸੇ ਜੀਵ ਤੇ, ਜਿਹੜਾ ਕਹਿੰਦਾ ਇੱਕ ਹੀ ਆ, 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 ਇੱਕ ਹੀ ਆ।
ਜਿਹੜਾ ਕਰਮ ਸ਼ਬਦ ਹੈ, ਆਖੋ ਵਾਹਿਗੁਰੂ ਵਾਹਿਗੁਰੂ, ਇਹਦਾ ਅਰਥ ਆ ਬਖਸ਼ਿਸ਼। ਹੇ ਵਾਹਿਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਿੱਥੇ ਤੇਰੇ ਕਾਨੂੰਨ ਦਿਸਦੇ ਨਹੀਂ ਉੱਥੇ ਤੇਰੀ ਬਖਸ਼ਿਸ਼। ਇੱਕ ਸ਼ਬਦ ਵਰਤਿਆ, ਬਹੁਤਿਆਂ ਨੂੰ ਪਚਣਾ ਨਹੀਂ। ਚੌਂਕੜਾ ਮਾਰ ਪੁੱਤ, ਐਡਾ ਜਵਾਨ ਹੈ ਤੂੰ, ਕਿੱਧਰ ਮੈਂ ਤੇਰੇ ਸਾਹਮਣੇ ਬੁੱਢਾ ਬੈਠਾ ਮੈਂ, ਧਿਆਨ ਦਿਓ। ਢੀਠ ਸੁਣਿਆ ਕਿ ਨਹੀਂ? ਕੀ ਕਿਹਨੂੰ ਕਹਿੰਦੇ ਹੋ? ਆਪਾਂ ਕਹਿੰਦੇ ਇਹਨੂੰ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ, ਇਹ ਬਹੁਤ ਢੀਠ ਆ, ਆਪਾਂ ਕਰਦੇ ਗੱਲਾਂ। ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਰੱਬ ਨੂੰ ਕਹਿੰਦੇ, ਰੱਬਾ ਤੂੰ ਵੀ ਬੜਾ ਢੀਠ ਹੈ। ਆ ਬੜੀ ਪਿਆਰੀ ਸ਼ਬਦ ਆ। ਇਹੋ ਜਿਹੀਆਂ ਗੱਲਾਂ ਯਾਰ ਹੀ ਕਰ ਸਕਦੇ ਜਿਹੜੇ ਰੱਬ ਦੇ। ਤਾਂ ਉਹਨੇ ਕਿਹਾ ਸੀ ਰੱਬ ਨੂੰ ਰੱਬ ਕਰਕੇ ਮੁਖਾਤਬ ਨਹੀਂ ਹੋਇਆ। ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮਰੀਦਾਂ ਦਾ ਕਹਿਣਾ। ਜੀ ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮਰੀਦਾਂ ਦਾ ਕਹਿਣਾ। ਮੇਰਾ ਇਸ਼ਾਰਾ ਸਮਝਿਓ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਰੱਬ ਨੂੰ ਮੁਖਾਤਬ ਰੱਬ ਕਰਕੇ ਨਹੀਂ ਕਰ ਰਹੇ। ਕਹਿੰਦੇ ਮੇਰਾ ਮਿੱਤਰ ਹੈ, ਮੇਰਾ ਮਿੱਤਰ ਹੈ ਤੇ ਮੇਰਾ ਪਿਆਰਾ ਹੈ। ਤਾਂ ਕਰਕੇ ਕਹਿੰਦੇ ਹੇ ਵਾਹਿਗੁਰੂ ਤੂੰ ਮੇਰਾ ਮਿੱਤਰ ਆ ਤੇ ਮੈਂ ਤੈਨੂੰ ਸੱਚੀਆਂ ਸੱਚੀਆਂ ਸੁਣਾਉਣ ਲੱਗਾ ਹੀ ਵੀ ਤੂੰ ਢੀਠ ਬੜਾ ਹੈ। ਅਤ ਢੀਠ ਕਰਮ, ਤੇਰੀ ਬਖਸ਼ਿਸ਼ ਬੜੀ ਢੀਠਾਂ ਵਾਲੀ। ਹੇ ਰੱਬਾ ਜਿਹਨੂੰ ਤੂੰ ਦੇਣ ਤੇ ਆਵੇਂ ਨਾ, ਬੋਲੋ ਕੋਈ ਅੱਗੇ, ਦਈ ਜਾਨਾ, ਦਈ ਜਾਨਾ ਹੈ, ਦਈ ਜਾਨਾ ਹੈ। ਬੜਿਆਂ ਦੇ ਢਿੱਡ ਪੀੜ ਹੁੰਦੀ, ਪਕੜ ਰਹੇ ਹੋ? ਜਦੋਂ ਕਿਸੇ ਨੂੰ ਰੱਬ ਬਹੁਤ ਦਿੰਦਾ ਹੈ ਤੇ ਕਈ ਮੇਰੇ ਵਰਗਿਆਂ ਦੇ ਬੜੀ ਹੁੰਦੀ। ਅਰਦਾਸਾਂ ਕਰਦੇ, ਇੱਥੋਂ ਤੱਕ ਵੀ ਚੌਪਈ ਸਾਹਿਬ ਦੇ ਪਾਠ ਪੜਾਉਂਦੇ, ਮਹਾਰਾਜ ਜੀ ਇਹਨੂੰ ਹੀ ਸਾਰਾ ਦੇ ਦੇਣਾ ਜੇ, ਹਟ ਜਾਂਦਾ ਰੱਬ ਫਿਰ ਦੇਣੋਂ। ਬੋਲ ਬੋਲਤੀ ਹੋ, ਬੋਲੋ ਆ ਮਾਮਾ ਦੀ ਦੇਣ ਵੜ ਜਾਂਦਾ। ਤੇ ਜਿਹੜਾ ਕਿਸੇ ਦਾ ਕਹਿਆ ਨਾ ਮੰਨੇ ਉਹਨੂੰ ਕੀ ਕਹਿੰਦੇ? ਤੂੰ ਬੜਾ ਢੀਠ ਹੈ। ਅਤ ਢੀਠ ਕਰਮ, ਤੇਰੇ ਕਰਮ ਬੜੇ ਢੀਠਾਂ ਵਾਲੇ ਆ। ਜਿਹਨੂੰ ਤੂੰ ਦੇਣਾ ਫਿਰ ਦਈ ਜਾਣਾ ਹੈ, ਦਈ ਜਾਣਾ। ਤੇ ਜੇ ਖੋਣ ਲੱਗ ਪਏ ਫਿਰ ਜਿੰਨੀਆਂ ਮਰਜ਼ੀ ਕੋਈ ਅਰਦਾਸਾਂ ਕਰਾਵੇ ਫਿਰ ਤੂੰ ਉਹਦੇ ਕੋਲੋਂ ਸਭ ਕੁਝ ਖੋ ਹੀ ਲੈਣਾ। ਉਹਦੇ ਸੁਭਾਅ ਦਾ ਵਾਕਫ ਬਣਿਓ, ਆਖੋ ਵਾਹਿਗੁਰੂ। ਉਹਦਾ ਸੁਭਾਅ ਬੜਾ ਪਿਆਰਾ ਹੈ। ਜੇ ਦੇਣ ਤੇ ਆਇਆ ਤੇ ਭਰੀ ਜਾਣਾ ਹੈ, ਭਰੀ ਜਾਣਾ ਹੈ। ਜੇ ਖੋਣ ਤੇ ਆ ਜੇ, ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਤੰਦੇ ਲਾਏਂਦਾ। ਨਜ਼ਰੇ ਪੱਠੀ ਜੇ ਕਰੇ, ਸੁਲਤਾਨਾ ਘਾਉ ਕਰਾਏਂਦਾ। ਦਰ ਮੰਗਣ ਭਿਖ ਨਾ ਪਾਏਂਦਾ, ਦਰ ਮੰਗਣ ਭਿਖ ਨਾ ਪਾਏਂਦਾ। ਚਿੱਤ ਪਿਆਰ ਭਰੀ ਨਜ਼ਰ ਪਾ ਜੇ, ਉਹਦੀਆਂ ਝੋਲੀਆਂ ਭਰਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ। ਫਿਰ ਤੇ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਉਹਦੀ ਝੋਲੀ 'ਚ ਪਾਈ ਜਾਂਦਾ। ਇਹੋ ਹੀ ਨਜ਼ਰ ਆ ਜਦੋਂ ਪਿਆਰ ਦੀ ਕਰਦਾ ਏ ਤੇ ਭਰੀ ਜਾਂਦਾ ਏ। ਜੇ ਪੁੱਠੀ ਕਰ ਲੈ, ਹੱਥ ਜੋੜੇ ਨੇ, ਚੌਂਕੜੀਆਂ ਮਾਰੋ, ਮਨ ਨੂੰ ਕਾਗਰ ਕਰੋ। ਅੱਧਾ ਟਾਈਮ ਤੇ ਲੰਘ ਗਿਆ। ਮੇਰਾ ਤਰਲਾ ਹੈ ਮੇਰੀਓ ਧੀਓ ਤੇ ਵੀਰੋ ਗੁਰਸਿੱਖੋ, ਇਸ ਤਰ੍ਹਾਂ ਬੈਠੋ ਜੇ ਬਹਿ ਸਕਦੇ ਹੋ। ਤੇ ਜੇ ਤੁਹਾਨੂੰ ਕੋਈ ਸਰੀਰ ਕਰਕੇ ਤੰਗੀ ਆ ਤੇ ਫਿਰ ਤੁਹਾਨੂੰ ਗੁਰੂ ਤੇ ਮਾਫ ਕਰ ਦੂ, ਮੈਨੂੰ ਤੁਸੀਂ ਕਰਦੇ ਹੋ। ਅਕਸਰ ਮੈਂ ਕਹਿਣਾ ਵੀ ਜਦੋਂ ਸਤ ਸੰਗਤ ਵਿੱਚ ਆਉਂਦੇ ਹੋ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ 4 ਚੀਜ਼ਾਂ ਸਿੱਖੋ। ਨੋਟ ਕਰਿਓ ਹੁਣ ਸਾਹਿਬ ਕੋਲ 4 ਚੀਜ਼ਾਂ। ਬਹਿਣੀ, ਗੁਰੂ ਕੋਲ ਆਣ ਕੇ ਕਈ ਸ਼ਕੀਨੀ ਨਾਲ ਵੀ ਪਿੱਛੇ ਢੋਲ ਆ ਕੇ ਬਹਿ ਜਾਂਦੇ। ਆਪਾਂ ਕਿਹੜਾ ਸੁਣਨਾ ਹੈ? ਸੁਣਨ ਆਏ ਹੋ ਤੁਸੀਂ। ਤੁਸੀਂ ਇੱਕ ਗੱਲ ਚੇਤੇ ਰੱਖੋ, ਗੁਰੂ ਨਾਨਕ ਦੇ ਘਰ 'ਚ ਤੁਸੀਂ ਬਾਣੀ ਆਇਓ ਸੁਣਨ ਪੜਨ ਕੋ ਬਾਣੀ। ਬੋਲੋ ਭਲਾ, ਆਇਓ ਸੁਣਨ ਪੜਨ ਕੋ ਬਾਣੀ। ਆਇਓ ਨਹੀਂ, ਆਪਣੇ ਆਪ ਨੂੰ ਕਹੋ ਆਇਓ ਸੁਣਨ ਪੜਨ ਕੋ ਬਾਣੀ। ਤੇ ਉਹਨਾਂ ਸੁਣਨ ਲਈ ਫਿਰ ਸੁਚੇਤ ਹੋ ਕੇ ਬੈਠੋ। ਜਦੋਂ ਫਿਰ ਗੁਰੂ ਦਿੰਦਾ ਹੈ,
बड़ा दिंदा लख खुशियां पातशाहियां जे सतगुर नदर करे ਇਹੋ ਹੀ ਨਦਰ ਹੈ ਉਹਦੀ ਅੱਖ ਇੱਕੋ ਹੀ ਆ ਜੇ ਨਦਰ ਵਾਲੀ ਸਵੱਲੀ ਪਾ ਦੇ ਤੇ ਲੱਖਾਂ ਖੁਸ਼ੀਆਂ ਬਖਸ਼ਦਾ ਹੈ ਜੇ ਇਸੇ ਅੱਖ ਨੂੰ ਘੁਮਾ ਲੈ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਏਂਦਾ ਦਰ ਮੰਗਣ ਭਿਖਨਾ ਅੱਤ ਢੀਠੇ ਤੂੰ ਦੇਣ ਤੇ ਆਇਓ ਦਈ ਗਿਓ ਖੋਣ ਤੇ ਆਇਓ ਤੇ ਫਿਰ ਬੜੇ ਬੜੇ ਮੈਂ ਕੰਗਲੇ ਹੁੰਦੇ ਵੇਖੇ ਆਖੋ ਵਾਹਿਗੁਰੂ ਤੇ ਬੜੇ ਬੜੇ ਮੈਂ ਕੰਗਲਿਆਂ ਨੂੰ ਝੋਲੀਆਂ ਭਰੀਆਂ ਵੇਖੀਆਂ ਇਸ ਗੁਰੂ ਨਾਨਕ ਦੇ ਘਰੋਂ ਇੱਕ ਵਚਨ ਬਾਬੇ ਕਬੀਰ ਨੇ ਵੀ ਇਸ ਤਰ੍ਹਾਂ ਦਾ ਲਿਖਿਆ ਆਖੋ ਵਾਹਿਗੁਰੂ ਕਬੀਰ ਕਹਿੰਦਾ ਦੁਨੀਆ ਦੇ ਲੋਕੋ ਕਿਸੇ ਵੱਲ ਵੇਖ ਕੇ ਸੜੋ ਨਾ ਤੇ ਅਰਦਾਸਾਂ ਨਾ ਕਰੋ ਵੀ ਇਹਨੂੰ ਕਿਉਂ ਕਰਮ ਕਰੀਮ ਜੋ ਕਰ ਰਿਹਾ ਹੈ ਕਰਮ ਨੇ ਬਖਸ਼ਿਸ਼ ਕਰੀਮ ਨੇ ਕਰਨਾ ਵਾਲਾ ਕਰਮ ਕਰੀਮ ਜੋ ਕਰ ਰਿਹਾ ਮੇਟ ਨਾ ਸਕੇ ਕੋਏ ਜਿਹਦੀਆਂ ਉਹਨੇ ਝੋਲੀਆਂ ਭਰਨੀਆਂ ਨੇ ਨਾ ਉਹਨੂੰ ਤੁਹਾਡੀਆਂ ਅਰਦਾਸਾਂ ਰੋਕ ਨਹੀਂ ਸਕਦੀਆਂ ਉਹਨੇ ਭਰ ਹੀ ਦੇਣੀਆਂ ਤੇ ਖੈਰ ਆਪਾਂ ਇੱਥੋਂ ਤੁਰੇ ਸਾਂ ਹਰ ਕੀ ਵਡਿਆਈ ਵੱਡੀ ਹੈ ਉਹਨਾਂ ਸਿੰਘ ਨੇ ਪੜਿਆ ਤੇਰੀਆਂ ਸਦਾ ਸਦਾ ਉਹਨਾਂ ਚੰਗਿਆਈਆਂ ਨੂੰ ਯਾਦ ਕਰੋ ਹੇ ਵਾਹਿਗੁਰੂ ਸਭ ਤੋਂ ਵੱਡੀ ਤੇਰੀ ਇੱਕ ਬਹੁਤ ਵੱਡੀ ਚੰਗਿਆਈ ਆ ਵੀ ਤੇਰਾ ਜਿਹੜਾ ਜਸਟਿਸ ਹੈ ਨਿਆਂ ਹੈ ਉਹ ਰਾਜਨੀਤੀ ਦਾ ਨਹੀਂ ਉਹ ਧਰਮ ਦਾ ਨਿਆਂ ਹੈ ਆਖੋ ਵਾਹਿਗੁਰੂ ਤੁਸੀਂ ਕਦੀ ਦਰਬਾਰ ਸਾਹਿਬ ਗਏ ਹੋ ਉੱਥੇ ਦੋ ਨਿਸ਼ਾਨ ਲੱਗੇ ਕੋਈ ਥੋੜਾ ਜਿਹਾ ਇਕਾਗਰ ਹੋ ਗਏ ਆ ਮੇਰੀ ਭੈਣ ਚਸ਼ਮੇ ਵਾਲੀ ਇਕਾਗਰ ਹੋ ਕੇ ਸੁਣੋ ਤੁਹਾਨੂੰ ਕਿਹਾ ਚਸ਼ਮੇ ਵਾਲੀ ਭੈਣ ਨੂੰ ਉੱਥੇ ਵੇਖਿਓ ਦੋ ਨਿਸ਼ਾਨ ਲੱਗੇ ਜਿਹੜਾ ਧਰਮ ਦਾ ਨਿਸ਼ਾਨ ਉੱਚਾ ਹੈ ਤੇ ਰਾਜਨੀਤੀ ਦਾ ਇੱਕ ਚੱਪਾ ਕ ਨੀਵਾਂ ਹੈ ਇੱਥੋਂ ਪਤਾ ਲੱਗਾ ਵੀ ਤੇਰੇ ਘਰ ਜਿਹੜਾ ਨਿਆਂ ਹੁੰਦਾ ਹੈ ਉਹ ਕਾਹਦਾ ਧਰਮ ਦਾ ਹੁੰਦਾ ਹੈ ਠੱਪਾ ਤੂੰ ਧਰਮ ਦਾ ਲਾਉਣਾ ਹੈ ਤੂੰ ਤੋਲਣ ਲੱਗਾ ਘੱਟ ਵੱਧ ਨਹੀਂ ਤੋਲਦਾ ਆਖੋ ਵਾਹਿਗੁਰੂ ਨਾਨਕ ਪੂਰਾ ਤੋਲ ਸੀ ਨਾਨਕ ਕਬੂ ਨਾ ਹੋਵੇ ਘਾਟ ਉਹਦੇ ਤੋਲੇ ਨੂੰ ਉਹਦੀ ਨਜ਼ਰ ਵਿੱਚ ਕੀਤੇ ਹੋਏ ਨਿਆਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਤੇਰੇ ਤੋਂ ਅੱਗੇ ਕੋਈ ਕੋਟ ਨਹੀਂ ਤੂੰ ਸ਼ਾਹ ਨਹੀਂ ਤੂੰ ਸ਼ਾਹਾਨ ਸ਼ਾਹ ਹੈ ਤੂੰ ਸ਼ਾਹ ਨਹੀਂ ਤੂੰ ਸ਼ਾਹਾਂ ਦਾ ਵੀ ਨਮੋ ਸ਼ਾਹ ਤੂੰ ਸ਼ਾਹਾਂ ਦਾ ਵੀ ਸ਼ਾਹ ਹੈ ਇਸ ਕਰਕੇ ਤੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਂ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਅਪੁੱਛਿਆ ਦਾਨ ਦੇਵ ਕਾ ਅਪੁੱਛਿਆ ਦਾਨ ਦੇਵ ਕਾ ਇਹਦਾ ਅਰਥ ਇਹ ਬਣਦਾ ਬਿਨਾ ਪੁੱਛੇ ਤੋਂ ਤੂੰ ਦੇਣਾ ਹੈ ਇੱਕ ਵਿਚਾਰਾ ਪੁੱਤ ਮੰਗਦਾ ਵੀ ਨਹੀਂ ਉਹਨੂੰ ਤੂੰ ਪੁੱਤ ਬਖਸ਼ ਦੇਣਾ ਹੈ ਆਖੋ ਵਾਹਿਗੁਰੂ ਇੱਕ ਨੇ ਪੈਸੇ ਮੰਗੇ ਵੀ ਨਹੀਂ ਤੇ ਉਹਨਾਂ ਦੇ ਘਰ ਭਰ ਦੇਣਾ ਹੈ ਅਪੁੱਛਿਆ ਅਪੁੱਛਿਆ ਦਾ ਮਤਲਬ ਤੂੰ ਪੁੱਛ ਕੇ ਨਹੀਂ ਕਿਸੇ ਨੂੰ ਦਿੰਦਾ ਤੇਰੀ ਤਾਂ ਵਡਿਆਈ ਵੱਡੀ ਹੈ ਇਹ ਤੇਰੀਆਂ ਚੰਗਿਆਈਆਂ ਨੇ ਵਾਹਿਗੁਰੂ ਤੇਰੀਆਂ ਸਦਾ ਸਦਾ ਮੈਂ ਸਦਾ ਤੇਰੀਆਂ ਚੰਗਿਆਈਆਂ ਨੂੰ ਬੜੇ ਧੰਨ ਭਾਗਾਂ ਵਾਲੇ ਹੁੰਦੇ ਜਿਹੜੇ ਰੱਬ ਦੀਆਂ ਚੰਗਿਆਈਆਂ ਨੂੰ ਵੇਂਦੇ ਰੱਬ ਦੀਆਂ ਦਾਤਾਂ ਵੱਲ ਤੇ ਸਾਰੇ ਵੇਂਦੇ ਆਖੋ ਵਾਹਿਗੁਰੂ ਰੱਬ ਦੀਆਂ ਸਾਰੇ ਵੇਂਦੇ ਮਗਰ ਉਹਦੀਆਂ ਉਹ ਸਦਾ ਚੰਗਿਆਈ ਦਾ ਮਾਲਕ ਹੈ ਉਹਦਾ ਨਾਮ ਹੈ ਰਹੀਮੇ ਰਿਹਾਕੇ ਉਹ ਰਹਿਮ ਕਰਨ ਵਾਲਾ ਹੈ ਉਹ ਬਖਸ਼ਾ ਕਰਨ ਵਾਲਾ ਹੈ ਜੇ ਤੇ ਬਖਸ਼ਾ ਕਰਦਾ ਹੈ ਕੋਈ ਭੇਡਾਂ ਚਾਰਨ ਵਾਲਾ ਆਸ਼ਕ ਹੋ ਗਿਆ ਆਖੋ ਵਾਹਿਗੁਰੂ ਉੱਚੀ ਬੋਲੋ ਨਾ ਭੇਡਾਂ ਚਾਰਨ ਵਾਲਾ ਆਸ਼ਕ ਹੋ ਗਿਆ ਕਿਹਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਵਾਰ ਭਰ ਕੇ ਬੋਲੋ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਲੱਗਦਾ ਸਾਡਾ ਪਿਤਾ ਹੈ ਆਖੋ ਵਾਹਿਗੁਰੂ ਇੱਕ ਵਾਰ ਗਾਓਗੇ ਜਿਸ ਕਾ ਪਿਤਾ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਸਾਹਮਣੇ ਲਿਆ ਕੇ ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਬੋਲੋ ਹਾਂ ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਮੈਂ ਚਾਹੁੰਦਾ ਤੁਸੀਂ ਆਪਣੀ ਚੇਤਨਤਾ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੈਸੇ ਗੁਰੂ ਤਸਵੀਰ ਨਹੀਂ ਹੁੰਦਾ ਮਗਰ ਜਿਹੜੀ ਸਮਾਜ ਨੇ ਬਣਾਈ ਤਸਵੀਰ ਆ ਉਹਨੂੰ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲਿਆਓ
ते उत्थे टिक के कहो जिसका पिता तू है मेरे स्वामी, जिसका तित बारक भूख कैसी, तित बारक भूख कैसी, तित बारक भूख कैसी, तित बारक भूख कैसी। अर्थ कर लोगे? हे गुरु गोबिंद सिंह साहब जिहदा प्यो तू है, बोलो सारे, जिसका पिता तित बारक भूख कैसी, ओदे बच्चे नूं कादी भुख रह गई जिहदा प्यो तू है। नौ निध नाम निधान ग्रह तेरे, नौ निधियां दे खजाने तेरे घर च ने, मन बांछे सो लैसी। जो किसी के मन का फुरना बनता है गुरु गोबिंद सिंह साहब तो उहदियां झोलियां भरदा है। कोई फुरना बना के आवे, आखो वाहिगुरू। मन बांछे सो लैसी। एक दिन तो फिर उन्हें आख्या मैं तेरा पोते हाँ। किसी सिख ने आख्या भी गुरु गोबिंद सिंह साहब जी मैं तेरा, उन्हें दरवाजे खोलते। पिता बोलो, कृपाल आग्या है दीनी। जिहड़ा दाता वंडण वाला ही ना, उन्होंने गुरु गोबिंद सिंह साहब ने आग्या दी कि बारक मुख मांगे सो देना। इन्हें कहा मैं गुरु गोबिंद सिंह का पुत हाँ ते मेरे खजाने दे विचों जो मेरा पुत मंगे लै लो, मंग लो। जिहड़े भाई जी मूँह लमके ने ना साडे, सानू यही नहीं पता आपां गुरु कोलों मंगना की है। आखो वाहिगुरू। जिहड़ियां करीमां मलनियां पैंदियां ते रंग मलने पैंदे ना गुरु के सिखो, इहदा कारण यह आ भी आपां गुरु कोलों वो रंग ही नहीं मंगिया, वो प्रेम ही नहीं मंगिया जिथे रंग नहीं मलने पैंदे। धरती नाल जुड़े एक फुल दे बूटे ने रब कोलों ना पैसे मंगे ना दौलतां मंगियां, की मंगिया? खेड़ा। बोलो की? किते गाया होगा फुल भी, तुसी भी गा लो। हर हर नाम चरावो रंगण, हर हर नाम चरावो रंगण, हर हर नाम चरावो। गाओ सारे भला। हर हर नाम चरावो रंगण, हर हर नाम चरावो रंगण, हर हर नाम चरावो रंगण, हर हर चढ़ावो का मतलब चढ़ा दो। एक मिनट दियो। एक प्लांट धरती च फुल का लगा है, उन्हें इन्हें मैनू कहा मैनू अंब लाओ, नहीं पता लगा। फुल ने कहा भी मैनू अंब लाओ, फुल नूं पता मैं की है, फुल का बूटा वा ते मेरी मंजिल खेड़ा है। खेड़ा सिख नूं क्यों चेता भुल गया? की आख्या भी मैं गुरु का ते मैनू सिक्खी सिदक बख्शे गुरु, मेरा यही फालिया। आपां चेता भुल गए, पता नहीं कित्थे कित्थे दी चीज़ां लिस्ट लिया के बना के देती। ओहदा दिल वेखो, उन्हें पिता कृपाल आग्या है दीनी, बारक मुख मांगे सो देना। मेरा पुत आन के जो तेरे को धर्मराज मंगे ओदियां ओदियां झोलियां भर देनियां। इन्हें कह दिता समाज दे विच मेरे पिता का नाम गुरु। सारे नहीं बोलते, पता नहीं किनू बना बैठे आपां। फिर बोलो ना, शिव जी तुहाडा प्यो नहीं, ब्रह्मा साडा बाप नहीं, मैं ना अंग्रेज से प्रथम मनाऊं, किशन बिशन कबू ना त्याऊं। मेरे बाप का नाम है धन गुरु गोबिंद सिंह साहिब, धन गुरु गोबिंद सिंह साहिब, धन बरदो आलम शाह हक हक आगा। भाई सारे प्यार नाल एद दी मंजूर नासरो मंसूर
ਵੇਖ ਸਾਰਾ ਯਾਰ ਗੋਬਿੰਦ ਸਿੰਘ ਕਾਦਰੇ ਹਰ ਕਾਰ। ਗੋਬਿੰਦ ਸਿੰਘ ਉਹ ਮੇਰਾ ਬਾਪ ਜਿੰਨੇ ਦਰਵਾਜ਼ੇ ਖੋਲਤੇ ਬਾਰਕ ਮੁਖ ਮੰਗੇ ਸੋ ਦੇਣਾ। ਐਸੇ ਗੁਰੂ ਦੇ ਉੱਤੇ ਇੱਕ ਭੇਡਾਂ ਚਾਰਨ ਵਾਲਾ ਆਸ਼ਿਕ ਹੋ ਗਿਆ। ਆਖੋ ਵਾਹਿਗੁਰੂ। ਕਿਸੇ ਫਕੀਰ ਦੀ ਸੇਵਾ ਕਰਦਾ ਸੀ ਉਹ ਭੇਡਾਂ ਚਾਰਨ ਵਾਲਾ। ਤੇ ਇੱਕ ਦਿਨ ਫਕੀਰ ਨੇ ਆਵਾਜ਼ ਮਾਰ ਕੇ ਆਖਿਆ, ਲਾਲਚਾ ਮੈਂ ਛੱਡ ਜਾਣਾ ਇਸ ਸਰੀਰ ਨੂੰ ਹੁਣ। ਭੇਡਾਂ ਚਾਰਨ ਵਾਲੇ ਦੇ ਪੀਰ ਨੇ ਆਖਿਆ ਵੀ ਮੈਂ ਸਰੀਰ ਨੂੰ ਤੇ ਲਾਲਚਾ ਨੇ ਉਹਦੇ ਪੈਰ ਘੁੱਟ ਕੇ ਫੜ ਕੇ ਉੱਤੇ ਮਸਤਕ ਰੱਖ ਕੇ ਆਖਿਆ, ਪੀਰ ਜੀ ਮੈਂ ਘੁੱਟੀਆਂ ਤੁਹਾਡੀਆਂ ਲੱਤਾਂ, ਮੈਂ ਤੁਹਾਨੂੰ ਜੰਗਲ ਚੋਂ ਫਰੂਟ ਲਿਆ ਕੇ ਛਕਾਏ, ਤੁਹਾਡੀਆਂ ਮਾਲਸ਼ਾਂ ਕੀਤੀਆਂ। ਇੱਕ ਗੱਲ ਦੱਸ ਲਓ ਸਰੀਰ ਛੱਡਣ ਤੋਂ ਪਹਿਲੋਂ। ਆਖੋ ਵਾਹਿਗੁਰੂ। ਸਰੀਰ ਛੱਡਣ ਤੋਂ ਪਹਿਲੋਂ ਇੱਕ ਗੱਲ ਦੱਸ ਦਿਓ। ਨੀਂਦ ਆਉਂਦੀ? ਅੱਛਾ, ਇੱਕ ਗੱਲ ਦੱਸ ਦਿਓ ਸਰੀਰ ਛੱਡਣ ਤੋਂ ਪਹਿਲੋਂ ਵੀ ਮੇਰਾ ਬੇੜਾ ਬੰਨੇ ਲਾਤਾ ਜੀ। ਮੇਰਾ ਬੇੜਾ ਕਿਸੇ ਬੰਨੇ ਆਪਾਂ ਤੇ ਨਾ ਤਾਂ ਸਾਨੂੰ ਫਿਕਰ ਆ ਕਾਹਦਾ ਬੇੜਾ ਬੰਨੇ ਲੱਗਾ ਕਿ ਨਹੀਂ। ਪੀਜੇ ਖਾਓ, ਮੈਕਡੋਨਲ ਖਾਓ, ਹੱਸੋ ਖੇਡੋ, ਬੀਚਾਂ ਤੇ ਜਾਓ, ਬੇੜੇ ਦਾ ਕਿਹਨੂੰ ਰੁਕਿਆ। ਇਹ ਤੇ ਕੋਈ ਪਿਆਰੀ ਆਤਮਾ ਸੀ ਜਿਹਨੇ ਕਿਹਾ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ, ਚੜਾਇਆ ਬੇੜੇ ਜਾ ਤਿਸ ਭਾਵੈ ਤਾਂ ਹੁਕਮ ਮਨਾਵੈ, ਤੇ ਇਸ ਬੇੜੇ ਕੋ ਪਤਾ ਲੱਗ ਰਿਹਾ ਜੀ। ਕਿਸੇ ਵੱਲ ਵੇਖ ਕੇ ਹੱਸ ਰਹੇ ਸੋ ਤੁਸੀਂ, ਕਿਹਦੇ ਵੱਲ? ਸੁਣ ਕੇ ਸ਼ਾਬਾਸ਼, ਸੁਣ ਲਓ, ਸੁਣੋ ਧਿਆਨ ਨਾਲ। ਉਹਨੇ ਕਿਹਾ ਮੇਰਾ ਬੇੜਾ ਕਿਸੇ ਬੰਨੇ ਨਹੀਂ ਲਾ ਚੱਲੇ ਹੋ, ਸਰੀਰ ਛੱਡਣ ਲੱਗੇ ਹੋ, ਮੇਰਾ ਬੇੜਾ ਬੰਨੇ ਕਿਤੇ ਲਾਇਆ ਜੇ। ਤੇ ਫਕੀਰ ਨੇ ਅੱਗੋਂ ਜ਼ਿੰਦਗੀ ਜਿੱਡਾ ਹੌਕਾ ਲੈ ਕੇ ਆਖਿਆ, ਸੱਜਣਾ ਬੜਾ ਇਮਾਨਦਾਰ ਫਕੀਰ ਹੋਊਗਾ ਜੀ ਜਿਹਨੇ ਕਿਹਾ ਬੇੜਾ ਤੇ ਅਜੇ ਮੇਰਾ ਵੀ ਬੰਨੇ ਨਹੀਂ ਲੱਗਾ। ਸਾਰੇ ਕਹਿੰਦੇ ਅਸੀਂ ਪਾਸ ਹਾਂ, ਕਹਿੰਦੇ ਕਿ ਨਹੀਂ? ਬੋਲੋ ਨਾ ਗੁਰੂ ਕਿਸੇ। ਜਿਹਦੇ ਕੋਲ ਵੀ ਕੋਈ ਜਾਂਦਾ ਉਹ ਕੀ ਕਹਿੰਦਾ? ਮੈਂ ਤੇ ਬ੍ਰਹਮ ਗਿਆਨੀ ਆ। ਕਿੱਡਾ ਚੰਗਾ ਸੀ ਜਿਹਨੇ ਕਿਹਾ ਬੇੜਾ ਤੇ ਅਜੇ ਮੇਰਾ ਵੀ ਨਹੀਂ ਬੰਨਿਆ ਲੱਗਾ। ਤੁਸੀਂ ਬੋਲੋ, ਬੇੜਾ ਤੇ ਮੇਰਾ ਵੀ ਆ ਪਟਕੇ ਵਾਲੇ ਬੋਲੋ। ਮੇਰਾ ਵੀ ਨਹੀਂ ਬੰਨਿਆ। ਕੀ ਫਕੀਰ ਨੇ ਕਿਹਾ ਬੇੜਾ ਤੇ ਅਜੇ? ਮੇਰਾ ਵੀ ਨਹੀਂ ਬੰਨਿਆ। ਇਮਾਨਦਾਰੀ ਦੀ ਹੱਦ ਆ। ਤੁਸੀਂ ਮੈਨੂੰ ਪੁੱਛ ਕੇ ਵੇਖੋ ਭਾਈ ਸਾਹਿਬ ਤੁਹਾਡੀ ਗੱਲ ਬਣੀ? ਮੈਂ ਕਿਹਾ ਕਿਉਂ ਨਹੀਂ ਬਣੀ। ਕਿੱਡੀ ਇਮਾਨਦਾਰੀ ਸੀ। ਕਹਿੰਦਾ ਬੇੜਾ ਤੇ ਅਜੇ ਮੇਰਾ ਵੀ ਬੰਨੇ ਨਹੀਂ ਲੱਗਾ। ਲਾਲਚਾ ਨੇ ਜ਼ਿੰਦਗੀ ਜਿੱਡਾ ਹੋਕਾ ਲੈ ਕੇ ਧਾ ਮਾਰ ਕੇ ਰੋ ਕੇ ਆਖਿਆ, ਮੈਂ ਤੇ ਸਾਰਾ ਜੀਵਨ ਤੇਰੇ ਪੈਰ ਘੁੱਟਦੇ ਹੀ ਲਾਤੇ, ਜੇ ਤੇਰਾ ਵੀ ਬੇੜਾ ਬੰਨੇ ਨਹੀਂ ਲੱਗਾ ਤੇ ਮੈਂ ਜਾਊਂ ਕਿੱਧਰ? ਮੈਂ ਕਿੱਧਰ ਜਾਊਂ? ਮੈਂ ਫਿਰ ਕਿਹਦਾ ਹੋਰ ਪੱਲਾ ਫੜੂ? ਆਖੋ ਵਾਹਿਗੁਰੂ। ਜਦੋਂ ਇਹ ਗੱਲ ਕਹੀ ਤੇ ਫਕੀਰ ਨੇ ਇਹਨਾਂ ਕੂਣੀਆਂ ਦੇ ਭਾਰ ਨਾਲ ਉੱਠ ਕੇ ਬਹਿ ਕੇ ਸਰਾਣੇ ਦਾ ਢੋਲ ਆ ਕੇ ਆਖਿਆ, ਮੈਂ ਤੈਨੂੰ ਜਵਾਬ ਨਹੀਂ ਦਿੱਤਾ। ਸੁਣ ਰਹੇ ਹੋ? ਜੇ ਤੇ ਟਿਕਿਆ ਨਾ ਫਿਰ ਆਨੰਦ ਆਉ। ਮੈਂ ਤੈਨੂੰ ਕਿਹਾ ਵੀ ਮੈਂ ਨਹੀਂ ਲਾ ਸਕਦਾ, ਫਿਰ ਕੌਣ ਲਾਊ? ਫਕੀਰ ਨੇ ਆਖਿਆ, ਇਸੇ ਜੰਗਲ ਚ ਆਊ ਤੇਰਾ ਬੇੜਾ ਬੰਨੇ ਲਾਉਣ ਵਾਲਾ। ਧਿਆਨ ਦਿਓ, ਦੁਨੀਆ ਵੀ ਇੱਕ ਦੁਨੀਆ ਇੱਕ ਪਤਾ ਜੇ ਕਿ ਨਹੀਂ? ਇਹ ਦੁਨੀਆ ਵੀ ਇੱਕ ਜੰਗਲ। ਇੱਥੇ ਬੜੇ ਬੜੇ ਆਦਮਖੋਰ ਲੋਕ ਰਹਿੰਦੇ ਜੇ, ਭੈਣਾਂ ਭਰਾਵਾਂ ਨੂੰ ਖਾ ਜਾਂਦੀਆਂ ਜੇ। ਇੱਥੇ ਮਹਿਸੂਸ ਕਰੋ, ਭਰਾ ਭਰਾਵਾਂ ਨੂੰ ਇੱਥੇ ਮੂੰਹ ਬੰਦਿਆਂ ਵਾਲੇ ਨੇ, ਕਰਤੂਤ ਆਦਮਖੋਰਾਂ ਵਾਲੀ ਆ। ਇੱਥੇ ਸੱਜਣ ਸੱਜਣਾ ਨੂੰ ਖਾ ਜਾਂਦੇ ਜੇ। ਖਾਂਦੇ ਕਿ ਨਹੀਂ? ਬੋਲੋ ਨਾ ਗੁਰੂ ਕੇ ਸਿੱਖੋ। ਮਹਿਸੂਸ ਕਰੋ, ਫੇਰ ਆਨੰਦ ਆਊਗਾ। ਆਖੋ ਵਾਹਿਗੁਰੂ। ਆਪਣੇ ਸਮਾਜ ਵਿੱਚ ਫਿਰਦੇ ਹੋਏ ਭੇੜੀਏ ਵੇਖੋ, ਜਿਹੜੇ ਇੱਕ ਪਲਾਟ ਲਈ ਭਰਾ ਦਾ ਕਤਲ ਕਰ ਦਿੰਦੇ ਨੇ, ਦੋਸਤਾਂ ਦੇ ਕਤਲ ਕਰ ਦਿੰਦੇ। ਇਹੋ ਜਿਹੇ ਭੇੜੀਏ ਰਹਿੰਦੇ ਇੱਥੇ, ਜਿਨ੍ਹਾਂ ਦੇ ਦਾੜੇ ਵੀ ਬੰਦਿਆਂ ਵਰਗੇ ਨੇ, ਸਿਰ ਤੇ ਪਸਤਾਰਾਂ ਵੀ ਗੁਰੂ ਕੇ ਸਿੱਖਾਂ ਵਾਲੀਆਂ ਨੇ। ਆਖੋ ਵਾਹਿਗੁਰੂ। ਉਹਨੇ ਕਿਹਾ, ਇਸ ਜੰਗਲ ਦੇ ਵਿੱਚ ਹੀ ਕੋਈ ਆਊਗਾ ਲਾਲਚਾ ਜਿਹੜਾ ਤੇਰਾ ਬੇੜਾ ਬੰਨੇ ਲਾਊ। ਇੰਨੀ ਗੱਲ ਕਹਿੰਦਾ ਕਹਿੰਦਾ ਆਖਰੀ ਸਵਾਸ ਤੇ ਫਕੀਰ ਗਿਆ ਸੀ ਤੇ ਲਾਲਚਾ ਨੇ ਫੇਰ ਪੈਰਾਂ ਤੋਂ ਹਿਲਾ ਕੇ ਆਖਿਆ,
ਮੈਨੂੰ ਕੋ ਉਹਦੀ ਨਿਸ਼ਾਨੀ ਤੇ ਦੱਸ ਜਾ, ਵਾਹਿਗੁਰੂ ਜਿੰਨੇ ਮੇਰਾ ਬੇੜਾ ਬੰਨੇ ਲਾਉਣਾ ਉਹਦੀ ਕੋਈ ਨਿਸ਼ਾਨੀ ਦੱਸਦਾ ਨਿਸ਼ਾਨੀ ਦੱਸਦਾ। ਤੇ ਫਕੀਰ ਨੂੰ ਜਦੋਂ ਚੇਤਾ ਕਰਾਇਆ ਉਹਦਾ, ਤੇ ਫਕੀਰ 'ਚ ਫੇਰ ਸਵਾਸ ਪੈ ਗਏ। ਫਕੀਰ ਨੇ ਫੇਰ ਹਿੰਮਤ ਰੱਖੀ ਤੇ ਉੱਠ ਕੇ ਆਖਿਆ, ਪੁੱਤਰ ਜਿਹਨੇ ਬੇੜਾ ਬੰਨੇ ਲਾਉਣ ਆਉਣਾ ਨਾ, ਉਹਦਾ ਕੱਦ 7.25 ਫੁੱਟ ਉੱਚਾ ਹੈ, ਉਹਦੇ ਸਿਰ ਤੇ ਹੀਰਿਆਂ ਦੀ ਮੜੀ ਕਲਗੀ ਹੈ, ਉਹਦੀਆਂ ਗੋਡਿਆਂ ਤੋਂ ਲੰਮੀਆਂ ਬਾਹਾਂ ਨੇ, ਉਹਦੇ ਘੋੜੇ ਦਾ ਰੰਗ ਨੀਲਾ ਹੈ। ਆਖੋ ਵਾਹਿਗੁਰੂ। ਉਹਦੇ ਮੋਢੇ ਦੇ ਉੱਤੇ ਚਿੱਟਾ ਸੁਨਹਿਰੀ ਬਾਜ ਬੈਠਾ ਹੈ। ਇਹੋ ਜਿਹਾ ਆਊਗਾ। ਇਹ ਬਚਨ ਮੈਂ ਤੈਨੂੰ ਜ਼ਰੂਰ ਕਰਕੇ ਚੱਲਿਆ, ਤੇਰੀ ਸੇਵਾ ਦਾ ਫਲ ਤੈਨੂੰ ਦੇਣ ਲੱਗਾ ਵੀ ਐਸੇ ਜੰਗਲ ਵਿੱਚ ਤੈਨੂੰ ਕੋਈ ਮਿਲੂਗਾ। ਮੇਰੀਓ ਧੀਓ, ਤੁਸੀਂ ਮੈਨੂੰ ਪੁੱਛੋ। ਆਖੋ ਵਾਹਿਗੁਰੂ। ਖਾਲਸਾ ਜੀ, ਇਸ ਦੁਨੀਆ ਰੂਪੀ ਜੰਗਲ 'ਚ ਸਾਨੂੰ ਵੀ ਕੋਈ ਮਿਲੂਗਾ? ਪੁੱਛੋ। ਤੇ ਮੈਂ ਤੁਹਾਨੂੰ ਆਖੂੰਗਾ, ਮਿਲ ਗਿਆ ਏ। ਕੌਣ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ। ਹੌਲੀ ਬੋਲਦੇ ਹੋ, ਕਲੇਜੇ ਚ ਨਹੀਂ ਬੋਲੇ, ਪਿਆਰ ਨਹੀਂ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ। ਉਹਨੇ ਆਖਿਆ ਸੇ ਜੰਗਲ ਚ ਆਊਗਾ ਤੈਨੂੰ ਬੇੜਾ ਬੰਨੇ ਲਾਉਣ ਵਾਲਾ। ਉਹਨੇ ਕਿਹਾ ਕਿਸ ਤਰ੍ਹਾਂ ਦਾ ਹੋਊ? ਉਹ ਦੱਸਤਾ ਇਸ ਤਰ੍ਹਾਂ ਦਾ ਹੋਊਗਾ। ਆਪ ਇਹ ਗੱਲ ਕਹਿ ਕੇ ਤੇ ਧਿਆਨ ਧਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ, ਤੇ ਫਕੀਰ ਸਵਾਸ ਛੱਡ ਗਿਆ, ਸਮਾ ਗਿਆ ਉਹਦੇ ਵਿੱਚ ਹੀ। ਜਦੋਂ ਆਖਰੀ ਸਵਾਸ ਛੱਡਿਆ, ਲਾਲ ਸ਼ਾਹ ਨੇ ਬਹੁਤ ਰੋਇਆ, ਮਗਰ ਹੌਸਲਾ ਇਹ ਹੋ ਗਿਆ ਕਿ ਬਚਨ ਕਰਕੇ ਗਿਆ, ਬੰਦਗੀ ਵਾਲਾ ਸੀ, ਕੋਈ ਆਊਗਾ। ਚੱਲ ਮੇਰੀਏ ਜਿੰਦੇ ਬਜ਼ੁਰਗ ਸੀ, ਇਹ ਪਰਵੱਟੇ ਚੁੱਕ ਲੈਂਦਾ ਸੀ ਆਪਣੇ ਤਾਂ, ਤੇ ਸਾਰੇ ਜੰਗਲ ਵਿੱਚ ਲੱਭਦਾ ਫਿਰਦਾ ਸੀ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਬੋਲੋ ਭਲਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਮੇਰਾ ਪ੍ਰੀਤਮ ਪਿਆਰਾ, ਮੇਰਾ ਪ੍ਰੀਤਮ ਪਿਆਰਾ, ਮੇਰਾ ਪ੍ਰੀਤਮ ਪਿਆਰਾ, ਮੇਰਾ ਪ੍ਰੀਤਮ ਪਿਆਰਾ। ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ। ਮੇਰਾ ਪ੍ਰੀਤਮ ਪਿਆਰਾ, ਮੇਰਾ ਪ੍ਰੀਤਮ ਪਿਆਰਾ, ਮੇਰਾ ਪ੍ਰੀਤਮ ਪਿਆਰਾ, ਮੇਰਾ ਪ੍ਰੀਤਮ ਪਿਆਰਾ। ਸਾਰਾ ਦਿਨ ਜੰਗਲ ਚ ਤੁਰਿਆ ਫਿਰਿਆ ਕਰੇ, ਥੱਕ ਟੁੱਟ ਕੇ ਰਾਤ ਨੂੰ ਭੇਡਾਂ ਲੈ ਕੇ ਆਪਣੀ ਕੁਟੀਆ 'ਚ ਚਲੇ ਜਾਣਾ। ਜਿੱਦਣ ਬਚਨ ਫਕੀਰ ਨਾਲ ਹੋਇਆ, ਉਦਣ ਉਮਰ 87 ਸਾਲ ਦੀ ਹੈ। ਅੱਜ 107 ਸਾਲ ਦਾ ਹੋ ਗਿਆ। ਇੰਨਾ ਚਿਰ ਲੱਭਦਾ ਰਿਹਾ। ਕਿੰਨਾ ਚਿਰ? 107 ਸਾਲ ਦਾ ਹੋ ਗਿਆ। ਗੋਡੇ ਜਵਾਬ ਦੇ ਗਏ। ਆਖੋ ਵਾਹਿਗੁਰੂ। ਤੁਰਨਾ ਦੁਰਬਲ ਹੋ ਗਿਆ। ਆਪਣੇ ਪੋਤਰੇ ਨੂੰ ਆਵਾਜ਼ ਮਾਰ ਕੇ ਕਹਿੰਦਾ, ਆਖੋ ਵਾਹਿਗੁਰੂ। ਸਾਰੇ ਸੁਣ ਰਹੇ ਹੋ ਨਾ? ਆਪਣੇ ਪੋਤਰੇ ਨੂੰ ਆਵਾਜ਼ ਮਾਰ ਕੇ ਕਹਿੰਦਾ, ਬੇਟਾ ਮੈਂ ਤੇ ਹੁਣ ਬੁੱਢਾ ਹੋ ਗਿਆ, ਭੇਡਾਂ ਦੇ ਮਗਰ ਦੌੜਿਆ ਨਹੀਂ ਜਾਂਦਾ, ਤੂੰ ਭੇਡਾਂ ਲੈ ਕੇ ਜਾਇਆ ਕਰ। ਉਹ ਕਹਿੰਦਾ, ਹਾਂ ਬਾਬਾ ਮੈਂ ਭੇਡਾਂ ਚਾਰ ਲਿਆਇਆ ਕਰੂ, ਤੂੰ ਆਰਾਮ ਕਰ। ਤੇ ਬਜ਼ੁਰਗ ਨੇ ਅੱਖਾਂ ਭਰ ਕੇ ਆਖਿਆ, ਮੈਂ ਇਕੱਲਾ ਭੇਡਾਂ ਚਾਰ ਨਹੀਂ ਜਾਂਦਾ, ਧਿਆਨ ਦਿਓ, ਮੈਂ ਇਕੱਲਾ ਭੇਡਾਂ ਚਾਰ ਨਹੀਂ ਜਾਂਦਾ, ਮੈਂ ਇਸ ਜੰਗਲ ਦੇ ਵਿੱਚੋਂ ਕਿਸੇ ਨੂੰ ਲੱਭਦਾ ਵਾਂ, ਉਹਨੇ ਆਉਣਾ ਏ। ਤੇ ਛੋਟੇ ਜਿਹੇ ਪਚੰਗੀ ਪੋਤਰੇ ਨੇ ਗੋਡਿਆਂ ਨੂੰ ਹਲੂਣ ਕੇ ਆਖਿਆ, ਬਾਬਾ ਦੱਸ ਮੈਂ ਤੇਰੀ ਕੀ ਮਦਦ ਕਰਾਂ, ਕਿਸ ਤਰ੍ਹਾਂ ਦਾ ਜਿਹਨੇ ਜੰਗਲ ਵਿੱਚ ਆਉਣਾ ਹੈ। ਫਿਰ ਉਹਨੇ ਦੱਸਿਆ, ਕਦੀ ਇਹਨੂੰ ਦੱਸਿਆ ਸੀ, ਪਰ ਅੱਜ ਇਹਨੇ ਪੋਤਰੇ ਨੂੰ ਦੱਸਿਆ, ਪੁੱਤ ਜਿਹਨੂੰ ਮੈਂ ਮਿਲਣਾ ਚਾਹੁੰਦਾ ਉਹਦਾ ਕੱਦ ਨਾ ਤਾਂ ਲਓ 7 ਫੁੱਟ ਉੱਚਾ, ਤੇ ਉਹਦੀਆਂ ਗੋਡਿਆਂ ਤੋਂ ਲੰਮੀਆਂ। ਇੱਕ ਉਹ ਕੱਲਾ ਮਰਦਿਆ ਜਿਹਦੇ ਘੋੜੇ ਦਾ ਰੰਗ
ਉਹਦੇ ਮੋਢੇ ਤੇ ਤੀਰਾਂ ਦਾ ਪੱਤਾ ਹੀ ਤੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਹੀ। ਪੁੱਤਰਾ ਬਾਪੂ ਜੇ ਹੋਰ ਕੋਈ ਰਾਜਾ ਮਹਾਰਾਜਾ ਇਸ ਤਰ੍ਹਾਂ ਦਾ ਆ ਗਿਆ ਲੱਭ ਲਿਆਵਾਂ? ਨਹੀਂ ਪੁੱਤਰਾ, ਇੱਕ ਉਹਦੀ ਹੋਰ ਨਿਸ਼ਾਨੀ ਵੇਖੀ। ਗੁਰਪੂਰਾ ਆਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ। ਪੁੱਤਰਾ ਉਹਦੀਆਂ ਅੱਖਾਂ 'ਚ ਵੇਖੀ। ਜਿਹੜਾ ਕਿਸੇ ਦੇ ਅੱਖਾਂ ਪਾ ਦੇਵੇ ਤੇ ਰਾਖਸ਼ ਨੂੰ ਸੰਤ ਬਣਾ ਦੇ, ਉਹਨੂੰ ਲੱਭਦਾ ਹੀ ਮੈਂ। ਆ ਬਾਹਰ ਕੀ ਦੁਆਨ ਲਾਤਾ ਉਹਨਾਂ ਨੇ। ਆਖੋ ਵਾਹਿਗੁਰੂ, ਵਾਹਿਗੁਰੂ ਗੱਜ ਕੇ ਬੋਲੋ ਵਾਹਿਗੁਰੂ। ਕੀ ਆਖਿਆ ਤੁਸੀਂ? ਪਕੜਿਆ ਵੀ ਅੰਮ੍ਰਿਤ ਦ੍ਰਿਸ਼ਟੀ ਪਾਵੇ ਤੇ ਰਾਖਸ਼ ਨੂੰ ਸੰਤ ਬਣਾ ਦੇ। ਇਹੋ ਜਿਹਾ ਜਿੱਦਣ ਲੱਭ ਜਾਏ ਮੈਨੂੰ ਆਣ ਕੇ ਦੱਸੀ। ਤੇ ਪੋਤਰੇ ਨੇ ਆਖਿਆ ਲਿਆਉਂਗਾ ਲੱਭ ਕੇ। ਜੇ ਗੁਰੂ ਦੀ ਕਿਰਪਾ ਹੋਈ ਤੇ ਜਿਹਨੂੰ ਤੂੰ ਲੱਭਦਾ ਉਹਨੂੰ ਮੈਂ ਲਿਆਉਂਗਾ, ਕਦੀ ਮਿਲ ਜੂਗਾ ਜੇ ਤੇਰੀ ਇੱਛਾ ਹੈ ਬਾਬਾ। ਕਈ ਦਿਨ ਲੰਘ ਗਏ। ਆਖੋ ਵਾਹਿਗੁਰੂ। 1 ਸਾਲ ਲੰਘ ਗਿਆ, 2 ਸਾਲ ਲੰਘ ਗਏ, 3 ਸਾਲ ਲੰਘ ਗਏ। ਜਦੋਂ 115 ਸਾਲ ਦਾ ਬਜ਼ੁਰਗ ਫਕੀਰ ਹੋਇਆ ਨਾ ਤੇ ਉਹ ਦਿਨ ਪੋਤਰਾ ਭੱਜਾ ਆਵੇ, ਦਾਦਾ ਦੌੜ, ਦਾਦਾ ਦੌੜ, ਉੱਠ, ਮੈਂ ਤੇਰੀ ਬਾਂਹ ਫੜਾ ਲੈ ਕੇ ਜਾਵਾਂ। ਜਿਸ ਤਰ੍ਹਾਂ ਦਾ ਤੂੰ ਲੱਭਦਾ ਸੈਂ ਉਸ ਤਰ੍ਹਾਂ ਦਾ ਅੱਜ ਪੌਂਟਾ ਸਾਹਿਬ ਜਮਨਾ ਨਦੀ ਦੇ ਕੰਢੇ ਤੇ ਪਲੰਗ ਡਿੱਠਾ ਹੀ ਤੇ ਉੱਤੇ ਬੈਠਾ ਹੀ। ਮੈਂ ਵੇਖ ਕੇ ਆਇਆ, ਉਹਦੇ ਪਿੱਛੇ ਜਿਹੜਾ ਘੋੜਾ ਖਲੋਤਾ ਉਹਦਾ ਰੰਗ ਨੀਲਾ ਹੀ। ਬਾਬਾ ਮੈਂ ਵੇਖ ਕੇ ਆਇਆ, ਉਹਦੇ ਮੋਢੇ ਤੇ ਬਾਜ ਬੈਠਾ ਸੁਨਹਿਰੀ ਆ। ਬਾਬਾ ਮੈਂ ਕਲਗੀ ਵੇਖ ਕੇ ਆਇਆ। ਪੁੱਤਰਾ ਅੱਖਾਂ ਵੇਖੀਆਂ ਹੀ? ਆਂਦਾ ਮੈਂ ਲਾਗੇ ਹੋ ਕੇ ਵੇਖਿਆ ਸੀ। ਮੈਂ ਦੁਨੀਆ ਤੇ ਬੜੇ ਬੰਦੇ ਵੇਖੇ ਨੇ, ਬੜੇ ਲੋਕੀ ਵੇਖੇ ਨੇ, ਬੜੇ ਰਾਜੇ ਮਹਾਰਾਜੇ ਵੇਖੇ ਆ ਬਾਪੂ। ਉਹਦੀਆਂ ਅੱਖਾਂ ਵੱਲ ਜੀ ਕਰਦਾ ਵੇਖੀ ਜਾਈਏ। ਸੁੱਕੇ ਹਰੇ ਕੀਏ, ਜੇ ਤੇ ਅੱਖਾਂ ਪਾਉਂਦਾ ਸੁੱਕਿਆਂ ਨੂੰ ਹਰੇ ਕਰ ਦਿੰਦਾ ਹੈ। ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ, ਅੰਮ੍ਰਿਤ ਦ੍ਰਿਸ਼ਟੀ ਪਾਉਂਦਾ ਏ ਤੇ ਮਰਿਆਂ ਨੂੰ ਜਿੰਦੇ ਕਰੀ ਜਾਂਦਾ। ਇਸ ਤਰ੍ਹਾਂ ਦਾ ਫਕੀਰ ਆਇਆ। ਬਾਬਾ ਉੱਠਿਆ। ਆਖੋ ਵਾਹਿਗੁਰੂ। ਚੱਲ ਮੇਰੀ ਇਹ ਜ਼ਿੰਦਗੀ ਕਿਤੇ ਉਹੋ ਹੀ ਨਾ ਹੋਵੇ। ਸੁਣੋ, ਜਿਨ੍ਹਾਂ ਨੂੰ ਲੱਭਣ ਦੀ ਤਾਂਘ ਹੁੰਦੀ ਹੈ ਨਾ ਮੇਰੀ ਉਹ ਧੀਓ ਵੀਰੋ, ਸੱਚੀ ਮੁੱਚੀ ਜਿਹੜੀ ਚੀਜ਼ ਲੱਭਣ ਤੁਰੀਏ ਇੱਥੋਂ ਨਹੀਂ ਤੇ ਉੱਥੋਂ, ਉੱਥੋਂ ਨਹੀਂ ਤੇ ਉੱਥੋਂ, ਇੱਕ ਦਿਨ ਉਹ ਲੱਭ ਹੀ ਜਾਂਦੀ। ਰਹਿੰਦੇ ਸਵਾਸ ਹੀ ਲੱਭ ਜਾਂਦੀ। ਤੁਸੀਂ ਤੁਹਾਨੂੰ ਤੇ ਲੱਭਣ ਦੀ ਜ਼ਰੂਰਤ ਨਹੀਂ, ਤੁਹਾਨੂੰ ਤੇ ਪ੍ਰਗਟ ਗੁਰਾਂ ਕੀ ਲੱਭੀ ਪਈ। ਤੁਹਾਡੇ ਤੇ ਗੁਰੂ ਨੇ ਇੰਨਾ ਪਰਉਪਕਾਰ ਕੀਤਾ ਵਾ। ਸਾਹਮਣੇ ਖਿਲਾਰ ਕੇ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ। ਇਹ ਪ੍ਰਗਟ ਗੁਰਾਂ ਕੀ, ਇਹਦੇ ਤੋਂ ਇਲਾਵਾ ਕਿਤੇ ਹੋਰ ਨਾ ਵੇਖਿਓ। ਬਾਬਾ ਉੱਠਿਆ, ਅੱਗੇ ਅੱਗੇ ਪੋਤਰਾ ਜਾ ਰਿਹਾ ਸੀ, ਬਾਂਹ ਫੜੀ ਸੀ ਆਪਣੇ ਪੋਤਰੇ ਦੀ। ਬਜ਼ੁਰਗ ਸੀ, ਕਈ ਵਾਰ ਡਿੱਗਣ ਪਿਆ। ਪਕੜ ਰਹੇ ਹੋ? ਲੱਤਾਂ ਕਮਜ਼ੋਰ ਹੋ ਗਈਆਂ ਸੀ, ਕਈ ਵਾਰ ਡਿੱਗਣ ਪਿਆ। ਸਾਹਮਣੇ ਵੇਖਿਆ ਪਲੰਗ ਦੇ ਉੱਤੇ ਕੋਈ ਬੈਠਾ, 7.25 ਫੁੱਟ ਉੱਚਾ। ਬੜੇ ਬੜੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਪਿੱਛੇ ਢਾਲਾਂ ਪਾਈਆਂ, ਤਲਵਾਰਾਂ ਪਾਈਆਂ, ਹਿੰਦੂ ਰਾਜਪੂਤ ਰਾਜੇ ਆਣ ਕੇ ਭੇਟਾ ਰੱਖ ਕੇ ਮੱਥਾ ਟੇਕਣ ਡਏ ਉਹਨੂੰ। ਬੜੇ ਬੜੇ ਸੂਰਮੇ ਉਹਦੇ ਕੋਲ ਖਲੋਤੇ। ਤੇ ਬਾਪੂ ਨੇ ਦੂਰੋਂ ਵੇਖਿਆ, ਆਪੇ 'ਚ ਰਿਹਾ ਨਾ ਗਿਆ, ਮੋਢੇ ਤੋਂ ਹੱਥ ਚੁੱਕ ਕੇ ਤੇ ਦੌੜ ਪਿਆ। ਬਜ਼ੁਰਗ ਮੋਢੇ ਤੋਂ ਉਹ ਸੀਨ ਨੂੰ ਬਣਾ ਰਹੇ ਹੋ, ਅੱਖਾਂ 'ਚ ਸੀਨ ਬਣਾਓ ਫਿਰ ਆਨੰਦ ਆਊ। ਜਦ ਦੇਖਾਂ ਤਬ ਗਾਵਾਂ। ਅੱਖਾਂ 'ਚ ਵੇਖੋ ਕੀ ਬਣਿਆ ਹੋਊਗਾ। ਪੁੱਤਰੇ ਦੇ ਮੋਢੇ ਤੋਂ ਹੱਥ ਚੁੱਕ ਲਏ ਤੇ ਇੰਨਾ ਕਾਹਲਾ ਪੈ ਗਿਆ। ਤੁਸੀਂ ਤੇ ਤੁਹਾਡੇ ਦੇ ਕੋਲ ਸਮੁੰਦਰ ਹੈਗਾ ਏ। ਆਖੋ ਵਾਹਿਗੁਰੂ। ਜਦੋਂ ਕੋਈ ਨਦੀ ਜਾ ਕੇ ਮਰਜ ਹੁੰਦੀ ਹੈ ਨਾ ਸਮੁੰਦਰ ਵਿੱਚ, ਹਾਲੀ ਨਹੀਂ। ਮੈਂ ਤੁਹਾਡੇ ਚੋਂ ਕਿਸੇ ਦਾ ਚਿਹਰਾ ਲੱਭਣਾ ਚਾਹੁੰਦਾ ਜਿਹਨੂੰ ਇਹ ਪਤਾ ਲੱਗ ਗਿਆ ਵੀ ਮੈਂ ਕਹਿਣਾ ਕੀ ਚਾਹੁੰਦਾ। ਜਦੋਂ ਸਮੁੰਦਰ ਵਿੱਚ ਨਦੀ ਪੈਂਦੀ ਨਾ ਤੇ ਨਦੀ ਦੇ ਇੱਕ ਪਾਸਿਓਂ ਜਾਂਦੀ ਆ, ਨਹੀਂ ਪਤਾ ਲੱਗਦਾ। ਸਮੁੰਦਰ ਗਲਵਕੜੀਆਂ ਪਾਉਂਦਾ। ਸੱਚਮੁੱਚੀ ਸਿੱਖ ਵੀ ਜਿੱਦਣ ਕੋਈ ਜਾਂਦਾ ਹੈ ਨਾ, ਇਹ ਤੇ ਇੱਕ ਪਾਸੇ ਜਾਂਦਾ, ਗੁਰੂ ਚਾਹ ਚਫੇਰਿਓਂ
ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕਸ਼ ਅਵਲੋਕਨ ਕੀਨੋ ਦਾਸ ਕਾ ਦੁਖ ਹਰ ਜਨ ਰਾਖੇ ਕੰਠ ਲਾਏ दयाल पुरख। कदी समुंदर ने पूछा तेरे पिछे गंद बड़ा सी? बोलो ना, इतना बैठो। की क्या मैं समुंदर ने जिहड़ी नदी समुंदर तक पहुंची, किसी समुंदर ने पूछया कि पिछे जिथों तू वाके आई तेरे दे विच ते पूछया? इतना ही जिस दिन कोई सिख गुरु कोल आउंदा है, कंठ लाए, सब पता है सिख दे विच पिछली जिंदगी च किन्ने गुनाह सी, सारे मेट के गल ना ला लैंदा। जिस तरह समुंदर नदी नू अपने गल ना ला लैंदा। जैसा बालक भाए सभाई लख अपराध कमावे कर उपदेश चिड़के बो। अगला तुसी पढ़ो, भर भर के बहुड़ पिता बहुड़ पिता बहुड़ पिता गल लावे बहुड़ पिता गल लावे बहुड़ रमैया हो बारक तेरा काहे न खंडस अवगुण मेरा। काहे न खंडस पुत गां ते होवे प्यो वल भी मैनू माफ कर दे, प्यो तां पहलों ही तैयार बैठा। सिखा गां ते कदम पुट गुरु ते तेनू गल ना लाउण नू तैयार बैठा, तू हुंदा ही नहीं गां। आखो वाहिगुरू। ओने विचारे फकीर ने इन्नी काल कीती, मोढे तो हथ चुक लिया, 2 वार ठेडा लग के डिगणों बचिया, तीसरी बार डिगण ही लगा सी ते मेरे कलगीधर पातशाह छाल मार के पलंग तो उठे ते डिगते बापू नू कलेजे ना ला लिया। कलेजे ना ला के एड़ा लम्मा 115 साल दे बजुर्ग दा दाड़ा चुम लिया गुरु गोबिंद सिंह साहब। तानिया फकीरा तेरा दाड़ा, जेड़े दाड़े ने किसे कबर ते मत्था नहीं टेकिया। बोलो किथे? किसे पंडित नू, किसे मुल्ला नू, किसे पिपल नू, किसे कबर नू मत्था नहीं टेकिया। जेड़ा दाड़ा गुरु नानक दे घर पहुंच गया, तेरा दाड़ा मुबारक हो गया। दाड़ा चुम लिया, चुम के दाड़ा कहंदे बाबा बड़ी काली काली दौड़ाउंदा सैं, की इच्छा रख के आया है? आखो वाहिगुरू। की एडी छेती भजाउंदा सैं, डिगण लगा सैं, मेरे को चाहुंदा की है? ते धन गुरु गोबिंद सिंह साहब नू लालशाह फकीर मुसलमान ने आख्या, साहब जी तेरे दर्शन तो अगे कुछ रह जांदा ते मैं मंगदा ना। उच्ची बोलो, तेरे दर्शन तो अगे कुछ रह जांदा ते मंगदा। हुण ते मंगण वाली कोई प्रभ देखदियां, बोलो प्रभ देखदियां, फिर बोलो प्रभ देखदियां, दुख भुख गई, दुख भुख गई, ढाडी को मंगण चित ना आवे, ढाडी को अर्थ की बनिया? परमेश्वर नू वेखदियां सारियां भुखां मुड़ गईयां, सारे दुख मिट गए, हुण चेता ही नहीं आउंदा गुरु कोलों मंगां की। उहने हथ चुमिया, गल ना ला के पूछा, बाबा इन्ने सालां तो इंतजार कीता ही गुरु नानक दी जोत दा, दस ना तैनूं की दां? मुसलमान फकीर दे बुल कंबदे सी, पकड़ रहे हो जी? बुल कंबदे सी ते कंबदे बुल्लां ने कहा, तेरे दीदार, तेरे दीदार पूरे पायसा, बोलो फिर थाओ नहीं खाए का। जिन्हों ओदे दीदार हो जाण होर भुख कादी रह गई? कि रख दे भी दर्शन तो अगे भी कोई भुखिया। जिदन दर्शन हुंदे ना, दर्शन भेट तो उतरी, सारियां भुखां मिट जांदियां। जदों गल ना ला के सब कुछ पुछया की चाहिदा, कहंदा तेरे दर्शन, कहंदे ओ ते मिल गए तैनूं। हुण ये आ गुरु नानक दा दरबार। बाबा
पीर बाबा मैं पुछदा तू मेरे को कुछ होर मंग। गुरु जो टुटदा है ना सचमुची इन्ना वरदा है, इन्ना ही वरदा है, कहंदा तेन मैं रोड़ के लै जाऊंगा इन्हां बख्शां दे विच। तू एक बार मेरे को आ ते गया, हुण मेरा काम वेखी, मैं तेन रोड़ के अपने विच ना मिला लिया। ते गुरु की होया? दस की चाहिए? लालचा संभलिया अपने आप नूं, कहण लगा महाराज दर्शन की भुख सी वो तो तुहाडे हो गए। महाराज पातशाह कहंदे नहीं फिर एक बार मंग, होर कुछ मंग। ते पता की मंगिया? चेता है? कहंदा मैं आ फकीर ते मुसलमान आ, महाराज दर्शन ते मैनू हो गए तुहाडे, मेरी देह नूं साड़ना नहीं गा क्योंकि मैं मुसलमान हाँ। हाजरो मेरी देह नूं क्योंकि मैं चाहना जिथे मेरी कबर बने ना, कबर उस कबर नूं भी तेरे दर्शन होण। ते एक घर सी गुरु नानक दा, जो मांगे सोई सोई। कलगीधर पातशाह कहण लगे कोई गल नहीं, गुरु नानक दे घरों तेरी ये भी मंग पूरी हो जू। अज जो पौंडा साहब जाओगे ना, कदी जाओ, गए हो कदी पौंडा साहब? इनू नहीं खड़िया, खड़े हो जरूर। पौंडा साहब के गुरुद्वारे तो पिछे नदी वगदी, केड़ी? यमुना वगदी। यमुना तो पार एक हरा निशान झुल रहा, ओदी कबर आ पीर दी। उस कबर नूं जदों तक दुनिया रहनी, साहिब गुरु गोबिंद सिंह दा झुलदा केसरी निशान दिसना है उस मिट्टी नूं भी। ते गुरु दा वचन सत होया, रहिंदी दुनिया तक पीर जी तेरी मिट्टी नूं भी साडे दीदार होणगे। तुसीं उस नानक दे घर आए हो मेरे वीरो गुरसिखो, उस पूरे गुरु दे कोल आए हो। अज वाले शब्द विच भी सतगुरु गरीब नवाज ने इस तरह के भाग लाने ने। गुरु गोबिंद सिंह साहब नूं अपना बाप मनो, 24 घंटे अपने बच्चों नूं रटन कराया करो भी तुहाडा ते मेरा बाप सारियां दा इक्को ही है, जिहदा नाम गुरु। ते साडी सारियां दी माता माता साहिब कौरा। असीं वासी श्री किसे डेरे दे नहीं, किसे कबर दे नहीं, किसे पिपल दे उपासक नहीं, असीं शब्द गुरु दे उपासकां। शब्द गुरु साडा गुरु है। ते अज वाले वचन दी आओ 2 मिनट लई विचार कर लईए। आखो वाहिगुरू। कल आपां इत्थों तक पढ़िया सी संत जना की चरनी लाग। अज साहब कहंदे ओदे चरनी लाग, सर्ब जी जाके गए हाथ, सारे जी जंत जिहदे हथ विच ने, ओ कदे न विछड़े सब कै साथ। बोलो कदे ओ पाव छोड़ गौ तिसकी ओट, सारियां कोशिशां छड्ड के ते ओदी ओट विच आ जा। निमख माहे होवे तेरी छोट, एक अख दे फरके च तेरे पापां दा निस्तारा हो जू। सदा निकट कर तिसनू जान। इत्थे आण के गड़बड़ हो गई। आखो वाहिगुरू। मुंह तो पढ़दा है गुर मेरे संग, दाड़ा कट्टन लगा, कहंदा गुरु केड़ा कोल आ। मैं बहुत सारियां धीआं वेखियां, वीर वेखे, गुरसिख वेखे, जिन्हां ने बार्डर लंघिया ते गुरु दा चेता भुल गया। जहाज ते चढ़े ते गुरु दा है कि नहीं? डरो ना, कोई गल नहीं, बोलो तो सही, बचिए तुम ही वेख। सुन रहे हो मैं की कह रहा? जहाज ते चढ़े ते गुरु दा। हुण ते असीं कनेडा आ गए हां। ओ भाई जी इत्थे ना इहो जिहियां गल्लां। नमो सर्ब देसे, नमो सर्ब पेसे। मेरे गुरु गोबिंद सिंह दी हर देश विच गल होऊगी ते हर भेस विच रहूगी। हर जगह ते मेरे गुरु नानक दी मर्यादा दा झंडा झुलूगा ते झुल रहा है। इस धरती ते भी जिन्हां ने मर्यादा रखी उन्हां पूरी रखी आ। ते धन गुरु गोबिंद सिंह साहब दीआं मेहरां दा मींह 24 घंटे उन्हां दे उत्ते पैंदा ही रहिंदा। सदा निकट कर तिसनू जान, इहदा अर्थ दा पता लगा? गुरु नू सदा ही लागे जाने। एक तुक कह के समाप्ति करदा। आखो वाहिगुरू। सारे पढ़ियो। नेड़े नेड़े सबको कहे। बोलो फिर बोलो।
ਇੱਥੋਂ ਨਿੱਕੇ ਜਿਹੇ ਬੱਚੇ ਨੂੰ ਪੁੱਛ ਕੇ ਵੇਖ ਲਓ, ਬਜ਼ੁਰਗ ਨੂੰ, ਕਿਸੇ ਨੂੰ, ਸਾਰੇ ਹਿੰਦੂ ਵੀਰ ਨੂੰ, ਮੁਸਲਮਾਨ ਵੀਰ ਨੂੰ ਪੁੱਛ ਕੇ ਵੇਖ ਲਓ, ਰੱਬ ਕਿੱਥੇ? ਕਹਿੰਦੇ ਲਾਗੇ ਤੇ ਹੈ। ਕਹਿੰਦੇ ਰੱਬ ਕਿਹੜਾ ਦੂਰੇ ਹੈ ਜੀ? ਨੇੜੇ ਨੇੜੇ ਸਭ ਕੋ ਕਹੇ। ਬੋਲੋ ਨੇੜੇ ਨੇੜੇ ਸਭ ਕੋ ਕਹੇ, ਮਗਰ ਗੁਰਮੁਖ ਭੇਦ ਵਿਰਲਾ ਕੋਈ ਲਹੇ। ਗੁਰਮੁਖ ਭੇਦ ਤੇ ਫਿਰ ਇੱਕ ਵਚਨ ਕਹਿ ਕੇ ਬੜੀ ਵੱਡੀ ਚੋਟ ਮਾਰੀ, ਕਹਿੰਦੇ ਨਿਕਟ ਬੁੱਝੇ। ਬੋਲੋ ਭਲਾ, ਜੇ ਕੋਈ ਰੱਬ ਨੂੰ ਤੇ ਪਾਪ ਕਿਉਂ ਕਰੇ? ਪੇਟ 'ਚ ਧੀ ਮਾਰ ਦੇਣਗੇ ਲੋਕੀ। ਬੋਲੋ ਨਾ, ਆ ਜਿਹੜੀਆਂ ਧੀਆਂ ਮਾਰ ਦਿੰਦੇ ਨੇ ਪੇਟ ਦੇ ਵਿੱਚ, ਇੱਕ 4 ਛਿੱਲੜਾਂ ਦੀ ਮੁਤਾਬਕ ਵੀ ਸਾਨੂੰ ਵਿਆਹ ਤੇ ਲਾਉਣੇ ਪੈਣੇ ਨੇ, ਧੀ ਪਰੇਸ਼ਾਨ ਕਰੂਗੀ। ਅੱਜ ਤੱਕ ਤੇ ਪੁੱਤ ਦਾ ਵੀ ਕੇਸ ਸੁਣਿਆ ਜੇ ਕਿਸੇ ਨੇ ਕਿ ਡਾਕਟਰ ਨੇ ਦੱਸਿਆ ਕਰਿਓ ਇਹਨਾਂ ਦੇ ਘਰ ਪੁੱਤ ਆਉਣਾ ਤੇ ਵਾਰਸ਼ਨ ਕਰਾਤੀ ਹੋਵੇ? ਉਹ ਤੁਹਾਡੇ ਬਾਪੂ ਨੇ ਪਹਿਲੇ ਜਾਮੇ 'ਚ ਕਿਹਾ ਭੰਡ ਜੰਮੀਏ ਭੰਡ ਨਿਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਏ ਜਿੱਤ ਜੰਮੇ। ਸੁਣਿਆ ਜੇ? ਮਗਰ ਪਿੱਛੇ ਵੀ ਧੀਆਂ ਦੇ ਕੌਣ ਪਈਆਂ ਨੇ? ਧੀਆਂ ਹੀ। ਜਿੱਦਣ ਮਹਾਰਾਜਾ ਰਣਜੀਤ ਸਿੰਘ ਸਾਹਿਬ ਪੇਟ ਵਿੱਚ ਆਏ ਨਾ, ਆਖੋ ਵਾਹਿਗੁਰੂ, ਉੱਚੀ ਬੋਲੋ ਵਾਹਿਗੁਰੂ। ਉਹ ਮਾਂ ਪਤਾ ਕਿਹੜੀ ਸੀ? ਰਾਜ ਕੌਰ। ਤੇ ਰਾਜ ਕੌਰ ਜਿੱਦਣ ਆਪਣੀ ਮਾਂ ਦੇ ਪੇਟ ਵਿੱਚ ਆਈ ਤੇ ਧੀ ਬਣ ਕੇ ਜੰਮੀ। ਅਦਲੱਖਾ ਪਿੰਡ ਆ ਸੰਗਰੂਰ ਦੇ ਕੋਲ, ਸੁਨਾਮ ਦੇ ਕੋਲ। ਆਖੋ ਵਾਹਿਗੁਰੂ। ਜਦੋਂ ਧੀ ਜੰਮ ਪਈ ਤੇ ਅੱਗੇ 3 ਧੀਆਂ ਹੈਗੀਆਂ ਸੀ। ਸੁਣ ਰਹੇ ਹੋ? ਕਾਲੇ ਤਾਂ ਨਹੀਂ? 3 ਧੀਆਂ ਪਹਿਲੋਂ ਹੈਗੀਆਂ ਸੀ। ਚੌਥੀ ਨੇ ਜਨਮ ਲੈ ਲਿਆ ਤੇ ਉਦੋਂ ਲੋਕੀ ਮਸ਼ੀਨਾਂ ਨਾਲ ਨਹੀਂ ਸੀ ਮਾਰਦੇ। ਜੰਮਦੀ ਕੁੜੀ ਨੂੰ ਘੜੇ 'ਚ ਪਾ ਕੇ ਉੱਤੇ ਚੱਪਣੀ ਦੇ ਕੇ ਮੂੰਹ ਬੰਨ ਕੇ ਤੇ ਮਿੱਟੀ 'ਚ ਦੱਬ ਦਿੰਦੇ ਸੀ। ਰਾਜਕੌਰ ਨੂੰ ਵੀ ਦੱਬਤਾ। ਕੀ ਨਾਮ ਸੀ? ਰਾਜਕੌਰ ਨੂੰ ਵੀ ਮਿੱਟੀ 'ਚ ਦੱਬਤਾ। ਤੇ ਚੌਂਕੀਦਾਰ ਨੂੰ ਪਤਾ ਲੱਗਾ। ਆਖੋ ਵਾਹਿਗੁਰੂ। ਚੌਂਕੀਦਾਰ ਨੂੰ ਪਿੰਡ ਦੇ ਨੂੰ ਪਤਾ ਲੱਗਦਾ, ਕਿਉਂਕਿ ਉਹਨੇ ਨਾਂ ਲਿਖਣਾ ਹੁੰਦਾ ਡਾਇਰੀ 'ਚ ਵੀ ਕਿਹਦੇ ਘਰ ਕਿਹੜਾ ਬੱਚਾ ਹੋਇਆ। ਉਹਨੂੰ ਪਤਾ ਲੱਗਾ ਵੀ ਇਹਨਾਂ ਦੇ ਘਰ ਧੀ ਹੋਈ। ਉਹਨੇ ਜਾ ਕੇ ਧੀ ਦਾ ਮੈਸੇਜ ਤਾਏ ਨੂੰ ਦਿੱਤਾ ਜਾ ਕੇ, ਸਰਦਾਰ ਸਾਹਿਬ ਜੀ ਵਧਾਈਆਂ ਹੋਣ, ਤੁਹਾਡੇ ਘਰ ਧੀ ਰਾਣੀ ਆਈ। ਉਹਨੇ ਹਲਦੀ ਜੰਗੀ ਪੁੱਟੀ, ਕਿੱਲੀ ਖਿੱਚੀ ਤੇ ਭੱਜ ਕੇ ਗਿਆ ਲਾਬਰਾ ਦਾ ਸ਼ੁਗਰ ਕਰਨ ਲਈ। ਕਿੱਥੇ ਹੈ ਧੀ ਰਾਣੀ? ਦਿਖਾਓ। ਉਹਨਾਂ ਨੇ ਮਿੱਟੀ 'ਚ ਦੱਬ ਦਿੱਤੀ ਸੀ। ਆਲਾ ਲਾਗਾ ਕਰਨ ਲੱਗੇ। ਸਰਦਾਰ ਨੇ ਪੁੱਛਿਆ ਛੇਤੀ ਦੱਸੋ ਕੁੜੀ ਕਿੱਥੇ ਹੈ? ਇੱਥੇ ਆ ਜੀ, ਉੱਥੇ ਆ। ਵਿੱਚੋਂ ਗੱਲ ਨਿਕਲੀ, ਅਸੀਂ ਤਾਂ ਧੀ ਨੂੰ ਮਿੱਟੀ 'ਚ ਦੱਬ ਆਏ ਆ। ਉਹ ਕਹੀ ਲੈ ਕੇ ਭੱਜਿਆ। ਉਹਨੇ ਮਿੱਟੀ ਦੇ ਵਿੱਚੋਂ ਕੁੜੀ ਨੂੰ ਕੱਢ ਲਿਆਂਦਾ, ਧੀ ਬਣਾ ਕੇ ਪਾਲ ਲਈ। ਧੀ ਲਿਆ ਕੇ ਬਣਾ ਕੇ ਪਾਲ ਲਈ। ਪਾ ਕੇ ਧੀ ਜਦੋਂ ਉਹਨੂੰ ਵਿਆਹਿਆ ਤੇ ਉਹਦੀ ਕੁੱਖੋਂ ਪਤਾ ਕੌਣ ਪੈਦਾ ਹੋਇਆ? ਫਿਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਪੈਦਾ ਹੋਏ। ਸਾਨੂੰ ਨਹੀਂ ਪਤਾ ਜਿਹੜੀ ਕੁੜੀ ਅਸੀਂ ਮਾਰੀ ਉਹਦੇ ਪੇਟ 'ਚ ਕੀ ਸੀ। ਉਹਨੇ ਗਾਂ ਅੱਗੇ ਆਣ ਕੇ ਕਿੰਨਾ ਰਾਜ ਸੋ ਕਿਉਂ ਜਿੱਤ ਜੰਮੇ। ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ, ਜੇ ਕੋਈ ਸਮਝਦਾ ਰੱਬ ਲੱਗ ਗਿਆ ਤੇ ਫਿਰ ਪਾਪ ਨਹੀਂ ਕਰ ਸਕਦਾ। ਐਵੇਂ ਲੋਕੀ ਡਰਾਮਾ ਕਰਦੇ ਰੱਬ ਤੇ ਲੱਗ ਗਈ ਆ, ਪਾਪ ਵੀ ਕਰੀ ਜਾਂਦੇ, ਸ਼ਰਾਬ ਵੀ ਪੀ ਜਾਂਦੇ। ਚਲੋ ਅੱਜ ਤੁਸੀਂ ਜਾਣ ਲੱਗਾ, ਮੈਂ ਕਹਿ ਚੱਲਿਆ ਅੱਗੀ ਵਾਰ ਬੁਲਾਇਓ ਨਾ ਬੁਲਾਇਓ। ਅੱਗੋਂ ਵਾਹਿਗੁਰੂ। ਮੈਨੂੰ ਇੱਕ ਗੱਲ ਦੱਸੋ, ਸਿੱਖ ਦਾ ਤੇ ਸ਼ਰਾਬ ਦਾ ਕੋਈ ਰਿਸ਼ਤਾ ਹੈ? ਆਵਾਜ਼ ਨਹੀਂ। ਤੂੰ ਤਾਂ ਪੀਂਦਾ ਹੀ ਨਹੀਂ। ਸਾਰੇ ਇੱਕ ਵਾਰ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਆਖੋ ਵੀ ਸਿੱਖ ਦਾ ਤੇ ਸ਼ਰਾਬ ਦਾ ਕੋਈ ਰਿਸ਼ਤਾ ਹੈ? ਸਾਰੀ ਸੰਗਤ ਬੋਲਦੇ ਹੋ। ਸਿੱਖਾ ਜਦੋਂ ਤੇਰੇ ਘਰੋਂ ਸ਼ਰਾਬ ਨਿਕਲ ਗਈ ਨਾ, ਗੁਰੂ ਨਾਨਕ ਦੀਆਂ ਮਿਹਰਾਂ ਹੜ ਬਣ ਕੇ ਤੇਰੇ ਘਰ ਨੂੰ ਤੁਰ ਪਣੀਆਂ। ਬੋਲੇ ਸੋ ਨਿਹਾਲ। ਇਹ ਬਿਮਾਰੀ ਤੁਰੀ ਤੁਰੀ ਮਰਦਾਂ ਤੋਂ। ਹੁਣ ਤੁਸੀਂ ਬੋਲਦੀਆਂ ਹੌਲੀ ਬਾਤ 'ਚ ਬੋਲਦੀਆਂ ਜੇ। ਬੋਲੋ, ਡਰੋ ਨਾ। ਇਹ ਬਰਿਆਈ ਸਾਡੇ ਘਰਾਂ 'ਚ ਵੜ ਗਈ ਤੇ ਗੁਰੂ ਦੀ ਛਾਂ ਸਾਡੇ ਸਿਰ ਤੋਂ ਉੱਠ ਖਲੋਤੀ। ਜਿਹੜਾ ਸੀ ਨਾ ਜਿਸ ਕੇ ਸਿਰ ਉੱਪਰ ਤੋਂ, ਉਹ ਗੁਰੂ ਨੇ ਹੱਥ ਚੁੱਕ ਲਿਆ ਵੀ ਇਹਨਾਂ ਦੇ ਬੰਦਿਆਂ ਦੀ ਮੈਂ ਗੱਲ ਕਰਾਂ, ਇਹ ਤੇ ਬੀਬੀਆਂ ਵੀ ਪੀਣ ਲੱਗ ਪਈਆਂ। ਹੱਥ ਜੋੜ ਕੇ ਬੇਨਤੀ ਜੇ, ਮੈਂ ਚੱਲਿਆ ਤੁਹਾਡੇ ਕੋਲੋਂ ਸਮਾਪਤੀ ਕਰਕੇ।
ਨਦੀ ਨਾਮ ਸੰਜੋਗੀ ਮਿਲੇ ਕਿਤੇ ਫੇਰ ਪਤਾ ਨਹੀਂ ਰੱਬ ਮਿਲਾਉਂਦਾ ਕਿ ਨਹੀਂ। ਸਿੱਖਾ ਕੋਈ ਵੀ ਨਸ਼ਾ, ਆ 52 ਬਚਨ ਇੱਥੇ ਕਿਤੇ ਲਿਖ ਕੇ ਲਾਏ ਹੋਣਗੇ, ਲਾਏ ਜੀ ਭਾਈ ਸਾਹਿਬ? ਹਜੂਰ ਸਾਹਿਬ ਜਿਹੜੇ 52 ਬਚਨ ਕੀਤੇ ਉੱਥੇ ਲਿਖ ਕੇ ਬਾਹਰ ਲਾਓ ਤਾਂ ਕਿ ਸਿੱਖ ਪੜ੍ਹੇ। ਸਿੱਖ ਦਾ ਨਸ਼ਾ ਕੇਵਲ ਰੋਟੀ। ਬੋਲੋ ਮੈਂ ਕੀ ਕਿਹਾ? ਫਿਰ ਬੋਲੋ। ਸਿੱਖ ਨੂੰ ਕਾਹਦਾ ਨਸ਼ਾ ਹੋਵੇ? 2 ਟਾਈਮ ਦੇ ਪ੍ਰਸ਼ਾਦੇ ਦਾ। ਅਫੀਮਾਂ ਇਹਨਾਂ ਖਾ ਲੀਆਂ, ਚਰਸਾਂ ਇਹਨਾਂ ਪੀ ਲੀਆਂ, ਅੱਜ ਚਿੱਟੇ ਇਹ ਪੀ ਜਾਂਦੇ, ਸ਼ਰਾਬਾਂ ਇਹ ਪੀ ਜਾਂਦੇ। ਕਾਹਦੇ ਨਹੀਂ ਬਣਾ ਰਹੇ ਗੁਰਦੁਆਰੇ? ਗੁਰੂਦੁਆਰੇ ਹੋਏ ਇੱਥੋਂ ਆਪਾਂ ਸੋਝੀ ਲੈਣਾ ਸਾਂ ਵੀ ਬਾਪੂ ਸਾਨੂੰ ਪੀਣ ਦੀ ਕੀ ਇਜਾਜ਼ਤ ਆ, ਬਾਪੂ ਸਾਨੂੰ ਖਾਣ ਦੀ ਕੀ ਇਜਾਜ਼ਤ ਆ, ਬਾਪੂ ਅਸੀਂ ਕਿਸ ਤਰ੍ਹਾਂ ਰਿਹਾ ਕਰੀਏ, ਬਾਪੂ ਸਾਡੇ ਘਰ 'ਚ ਕੀ ਪ੍ਰਸ਼ਾਦਾ ਬਣਿਆ ਕਰੇ। ਗੁਰੂ ਨੂੰ ਪੁੱਛੋ। ਮੇਰਾ ਗੁਰੂ ਕਿਰਪਾ ਕਰੇ ਅਗਲੇ ਸਦਾ ਨਿਕਟ ਕਰ ਤਿਸ ਨੂੰ ਜਾਣ, ਪ੍ਰਭ ਕੀ ਆਗਿਆ ਸਤ ਕਰ ਮਾਨ, ਗੁਰ ਕੇ ਬਚਨ ਮਟਾਵੋ ਆਪ। ਗੁਰੂ ਦੇ ਬਚਨ ਰਾਹੀਂ ਆਪਣਾ ਹੰਕਾਰ ਮਟਾਓ। ਹਰ ਹਰ ਨਾਮ ਨਾਨਕ ਜਪ ਜਾਪ, ਤੇ 24 ਘੰਟੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਖੁੱਲ ਕੇ ਵੀ ਖੁੱਲ ਕੇ ਜਾਂਦੇ ਜਾਂਦੇ ਸਾਬਣ ਲਾ ਜੋ। ਵਾਹਿਗੁਰੂ 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 ਆਖੋ ਸਤਨਾਮ। ਬਸ 5 ਮਿੰਟ ਉੱਤੇ ਹੋ ਗਏ। ਮੈਨੂੰ ਸਾਰੇ ਇੱਕ ਆਵਾਜ਼ ਦੱਸ ਦਿਓ, ਗੁਰੂ ਦੇ ਸਿੱਖ ਦਾ ਨਸ਼ਾ ਕੇਵਲ ਪ੍ਰਸ਼ਾਦਾ। ਸਿੱਖ ਨੂੰ ਨਸ਼ਾ ਨਹੀਂ ਆਇਆ। ਸਿੱਖ ਨਸ਼ਾ ਕਰ ਸਕਦਾ ਹੀ ਨਹੀਂ। ਸਿੱਖ ਨੂੰ ਨਾਮ ਖੁਮਾਰੀ ਚੜੀ ਰਹੇ। ਰਾਤ ਦਿਨ ਰੱਬ ਦੀ ਇਬਾਦਤ ਦਾ ਨਸ਼ਾ ਭਾਈ ਮਤੀ ਦਾਸ ਨੂੰ ਚੜਿਆ ਤੇ ਖੋਪਰੀ ਚਰਵਾ ਲਈ, ਸਰੀਰ ਚਰਵਾ ਲਿਆ। ਕਿਸੇ ਨੂੰ ਚੜਿਆ ਉਹਨੇ ਖੋਪਰੀ ਲਵਾ ਲਈ, ਕਿਸੇ ਨੂੰ ਚੜਿਆ ਉਹ ਚਰਖੜੀ ਤੇ ਚੜ ਗਿਆ। ਉਹ ਨਸ਼ਾ ਮੇਰੀਓ ਧੀਓ ਮੇਰੋ ਵੀਰੋ ਗੁਰਸਿੱਖੋ ਕਰੋ। ਪੰਥ ਖਾਲਸੇ ਦਾ ਰਾਜ ਧਰਤੀ ਤੇ ਰਿਹਾ ਏ, ਅੱਜ ਵੀ ਆ, ਸੀ ਹੈ ਤੇ ਰਹੇਗਾ। ਇੱਕ ਵਾਰ ਬੋਲ ਦਿਓ ਸਮਾਪਤੀ ਕਰ। ਰਾਜ ਖਾਲਸੇ ਦਾ ਸੀ ਹੈ ਵੀ ਅੱਜ ਤੇ ਸੰਦੀਵਲੀ। ਤੁਸੀਂ ਕਹੋਗੇ ਕਿੱਥੇ ਆ? ਆ ਨਿਸ਼ਾਨ ਸਾਡੇ ਰਾਜ ਦੇ ਹੀ ਝੁਲਦੇ ਆ। ਰੋਟੀ ਰਾਜਿਆਂ ਦੇ ਘਰ ਹੀ ਕੋਈ ਖਾਂਦਾ ਏ। ਜਿਹਨੂੰ ਕਿਤੇ ਰੋਟੀ ਨਹੀਂ ਮਿਲਦੀ ਉਹ ਲੰਗਰ ਵਿੱਚੋਂ ਆਣ ਕੇ 2.5 ਲੱਖ ਬੰਦਾ ਗੁਰੂ ਰਾਮਦਾਸ ਦੇ ਘਰੋਂ ਰੋਟੀ ਖਾਂਦਾ ਏ। ਇਹ ਬਾਦਸ਼ਾਹ ਹੀ ਖਵਾ ਸਕਦੇ, ਫਕੀਰ ਨਹੀਂ ਖਵਾ ਸਕਦਾ ਕੋਈ। ਮੇਰਾ ਗੁਰੂ ਕਿਰਪਾ ਕਰੇ। ਰਾਜ ਸੀ, ਇੱਕ ਵਾਰ ਬੋਲੋ, ਰਾਜ ਸੀ, ਰਾਜ ਹੈ ਤੇ ਰਾਜ। ਮੇਰਾ ਸਤਿਗੁਰੂ ਤੁਹਾਡਾ ਰਾਜ ਭਾਗ ਇਸੇ ਤਰ੍ਹਾਂ ਕਾਇਮ ਰੱਖੇ, ਸਰਦਾਰੀਆਂ ਕਾਇਮ ਰੱਖੇ, ਤੁਹਾਡੇ ਪਰਿਵਾਰਾਂ 'ਚ ਸੁਖ ਸ਼ਾਂਤੀ ਵਰਤਾਏ। ਮੇਰੀਆਂ ਭੁੱਲਾਂ ਨਾ ਤਾਰਿਓ, ਅਸੀਸ ਬਖਸ਼ੋ। ਕਦੀ ਫੇਰ ਸਮਾਂ ਮਿਲਿਆ ਦਰਸ਼ਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।